ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਔਰ ਤਾਜ਼ਾ ਅਪਡੇਟਸ ਹਰ ਵਾਰ ਦੀ ਤਰ੍ਹਾਂ ਹਾਜ਼ਰ ਨਾਲ ਲੈ ਕੇ ਤੇ ਕਈ ਅਜਿਹੀਆਂ ਖਾਸ ਗੱਲਾਂ ਜੋ ਤੁਹਾਡੇ ਲਈ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ, ਉਹ ਸਾਰੀਆਂ ਆਪਾਂ ਡਿਸਕਸ ਕਰਨੀਆਂ ਹਮੇਸ਼ਾ ਦੀ ਤਰ੍ਹਾਂ। ਤੇ ਤੁਸੀਂ ਵੀ ਪੂਰਾ ਸ਼ੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਣਾ ਤੇ ਸੁਣਨਾ। ਤੇ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਦੇ ਵਿੱਚ ਇਨਵਾਈਟ ਕੀਤਾ ਹੈ ਜੀ SAS ਮੋਹਾਲੀ ਤੋਂ ਵੀਜ਼ਾ ਐਕਸਪਰਟ ਮਿਸਟਰ ਸੁਭਾਸ਼ ਮਹਾਜਨ ਜੀ ਨੂੰ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ जी। ਆਸਟ੍ਰੇਲੀਆ ਤੋਂ ਹੀ ਸ਼ੁਰੂਆਤ ਕਰਨਾ ਚਾਹਾਂਗੇ क्योंकि ਆਸਟ੍ਰੇਲੀਆ ਦੇ ਜਿੱਥੇ ਸਟੱਡੀ ਵੀਜ਼ਾ ਦੀ ਗੱਲ ਕਰਨੀ ਹੈ ਤੇ ਨਾਲ ਦੀ ਨਾਲ ਆਸਟ੍ਰੇਲੀਆ ਦੇ ਟੂਰਿਸਟ ਵੀਜ਼ਾ ਲਈ ਵੀ ਜੋ ਹੈ ਸਵਾਲ ਆਣੇ ਸ਼ੁਰੂ ਹੋ ਚੁੱਕੇ ਨੇ। ਤਾਜ਼ਾ ਆਪਾਂ ਦੇਖੀਏ ਤਾਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿਉਂਕਿ ਇੱਕਦਮ ਬਹੁਤ ਸਾਰੇ ਸਟੂਡੈਂਟਸ ਫਾਈਲਸ ਲਗਾਤਾਰ ਲਗਾ ਰਹੇ ਨੇ, ਕਿਹੜੇ ਇਨਟੇਕ ਲਈ ਹੁਣ ਸਟੂਡੈਂਟਸ ਅਪਲਾਈ ਕਰ ਸਕਦੇ ਨੇ? ਦੇਖੋ, ਇਸ ਟਾਈਮ ਜੇ ਆਪਾਂ ਆਸਟ੍ਰੇਲੀਆ ਦੇ ਇਨਟੇਕ ਦੀ ਗੱਲ ਕਰੀਏ ਤੇ ਜੋ ਇਸ ਟਾਈਮ ਜੋ ਆਪਾਂ ਮੇਜਰ ਇਨਟੇਕ ਨੂੰ ਆਪਾਂ ਕੰਸੀਡਰ ਕਰ ਰਹੇ ਹਾਂ ਉਹ ਹੈਗਾ ਅਪ੍ਰੈਲ ਇਨਟੇਕ। ਓਕੇ। ਐਕਚੁਅਲੀ ਕੀ ਹੈ ਕਿ ਜਿੰਨੇ ਵੀ ਬੱਚੇ ਉਹਨਾਂ ਦੇ ਮਾਈਂਡ ਸੈਟਅਪ ਦਿਮਾਗ ਦੇ ਵਿੱਚ ਇੱਕੋ ਅਨਾਉਂਸਮੈਂਟ ਜੋ ਆਸਟ੍ਰੇਲੀਆ ਨੇ ਦਿੱਤੀ ਸੀ ਕਿ ਬਾਈ ਸਾਹਿਬ ਕਿ 18/1 ਤੋਂ ਲੈ ਕੇ 17/3 ਤੱਕ ਅਸੀਂ ਐਮਬੈਸੀ ਫੀਸ ਮਾਫ ਕਰਾਂਗੇ, ਲੀਨੀਅੰਸੀ ਦੇਵਾਂਗੇ। ਤੇ ਅੱਜ ਦੇ ਟਾਈਮ ਤੇ ਕੋਈ ਵੀ ਬੱਚਾ ਆਂਦਾ, ਜੇ ਅੱਜ ਦੀ ਡੇਟ ਤੇ ਵੀ ਆ ਰਿਹਾ ਬੱਚਾ, ਉਹਦੇ ਦਿਮਾਗ ਤੇ ਇੱਕੋ ਹੀ ਪੁਆਇੰਟ ਹੈ ਕਿ ਬਈ ਯਾਰ ਮੇਰਾ 17 ਤਰੀਕ ਤੋਂ ਪਹਿਲੇ ਰਿਜ਼ਲਟ ਆ ਜਾਊਗਾ ਜਾਂ 17 ਤੋਂ ਪਹਿਲੇ ਤੁਸੀਂ ਮੇਰੀ ਫਾਈਲ ਐਮਬੈਸੀ ਲਾਂਚ ਕਰ ਦੋਗੇ। ਹੁਣ ਦੇਖੋ ਐਕਚੁਅਲੀ ਕਿ ਕੰਡੀਸ਼ਨਸ ਕੀ ਹੈਗੀਆਂ। ਜਦੋਂ ਆਸਟ੍ਰੇਲੀਆ ਨੇ ਅਨਾਉਂਸਮੈਂਟ ਕੀਤੀ ਸੀ ਉਸ ਟਾਈਮ ਜਿਹੜਾ ਉਹਦਾ ਕੰਮ ਸੀ ਫਾਸਟ ਟਰੈਕ ਦੇ ਵਿੱਚ ਸੀ। ਹੁਣ ਬਾਈ ਡਿਫਾਲਟ ਹੈ ਕਿ ਜਿਵੇਂ ਜਿਵੇਂ ਰਸ਼ ਵੱਧ ਰਿਹਾ ਉਹਨਾਂ ਨੂੰ ਵੀ ਕਸਟਡੀ ਦੀ ਉਨੀ ਮੈਨ ਪਾਵਰ ਦੀ ਰਿਕੁਆਇਰਮੈਂਟ ਜ਼ਿਆਦਾ ਹੈਗੀ ਹੈ। ਹੁਣ ਜੇ ਗੱਲ ਕਰੀਏ ਆਸਟ੍ਰੇਲੀਆ ਦੀ, ਹੁਣ ਆਸਟ੍ਰੇਲੀਆ ਦੇ ਵਿੱਚ ਦਿੱਕਤ ਕਿੱਥੇ ਆਉਂਦੀ ਹੈ? ਹੁਣ ਜਿੰਨੇ ਵੀ ਆਸਟ੍ਰੇਲੀਆ ਦੇ ਕਾਲਜਿਸ ਹੈ ਚਾਹੇ ਯੂਨੀਵਰਸਿਟੀਜ਼ ਹੈਗੀਆਂ ਉਹਨਾਂ ਨੂੰ ਆਪਾਂ GT ਕੰਸਰਨ ਕਲੀਅਰ ਕਰਨ ਤੋਂ ਬਾਅਦ ਫੀਸ ਤਾਂ ਪਾ ਸਕਦੇ ਆ, ਪਰ ਬਟ ਜਿਹੜੀ ਸਰਟੀਫਿਕੇਟ ਆਫ ਇਨਰੋਲਮੈਂਟ ਹੈ, ਜਿਹੜੀ COE ਹੈ, ਉੱਥੋਂ ਦੇ ਪਾਰਟਿਕੂਲਰ ਡਿਪਾਰਟਮੈਂਟ ਨੇ, ਉੱਥੋਂ ਦੀ ਗਵਰਨਮੈਂਟ ਨੇ ਅਪਰੂਵ ਕਰਨੀ ਹੈ। ਸੋ ਉਸ ਪ੍ਰੋਸੈਸ ਦੇ ਵਿੱਚ ਥੋੜਾ ਡਿਲੇ ਹੋ ਰਿਹਾ। ਬਾਕੀ ਇਹ ਸੱਚ ਕੋਈ ਵਰੀ ਵਾਲੀ ਗੱਲ ਨਹੀਂ ਹੈਗੀ। ਫਿਰ ਵੀ ਮੈਂ ਉਹਨਾਂ ਬੱਚਿਆਂ ਨੂੰ ਮੈਸੇਜ ਦੇਣਾ ਚਾਹੂੰਗਾ ਜੋ 19, 20, 21 ਪਾਸ ਆਊਟ ਹੈਗੇ ਆ, ਸਟਿਲ ਆਸਟ੍ਰੇਲੀਆ ਨੂੰ ਲੈ ਕੇ ਵਰੀਡ ਹੈ ਕਿ ਯਾਰ ਬਾਈ ਆਪਾਂ ਕਿਵੇਂ ਕਰਾਂਗੇ ਕਿਵੇਂ ਨਹੀਂ ਕਰਾਂਗੇ। ਔਰ ਪਲੀਜ਼ ਮੇਕ ਸ਼ੋਰ ਉਹ ਸਾਡੇ ਨਾਲ ਕੰਸਲਟ ਕਰਨ, ਸਾਡੇ ਆਫਿਸ ਵਿਜ਼ਿਟ ਕਰਨ, ਜੋ ਅਸੀਂ ਰਾਈਟ ਗਾਈਡਲਾਈਨਸ ਜੋ ਪ੍ਰੋਪਰ ਅਸੈਸ ਹੋਏਗਾ ਤੁਹਾਨੂੰ ਕਰਕੇ ਅਸੀਂ ਪਿਕਚਰ ਕਲੀਅਰ ਕਰਾਂਗੇ। ਜੀ 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 ਬਿਲਕੁਲ। ਸੋ ਸਟੂਡੈਂਟਸ ਵੀ ਸਾਡੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੈਂ ਜਲਾਲਾਬਾਦ ਤੋਂ ਸਾਹਿਬ ਗੱਲ ਕਰ ਰਹੀ ਹਾਂ ਜੀ। ਹਾਂਜੀ, ਕੀ ਸਵਾਲ ਹੈ? ਮੈਮ ਮੇਰਾ ਸਵਾਲ ਯੂਕੇ ਦੇ ਲਈ ਆ ਕਿ ਮੈਮ ਯੂਕੇ ਇਸ ਟਾਈਮ ਆਪਣੇ ਕੋਲ ਮਾਈ ਇਨਟੇਕ ਅਵੇਲੇਬਲ ਹੈਗਾ। ਓਵਰਆਲ 6 ਨੇ, 2 ਮੋਡਿਊਲ ਚ 5.5 ਹੈ ਮੈਮ। +2 ਕੀਤੀ ਹੋਈ ਆ, 2018 ਪਾਸ ਆਊਟ ਜੀ। ਹਾਂਜੀ, ਯੂਕੇ ਲਈ ਸਵਾਲ ਹੈ ਸਾਹਿਬ ਜੀ। ਜੇ ਬੇਸਿਕਲੀ ਜੇ ਤੁਹਾਨੂੰ ਮੈਂ ਇਨਫੋਰਮੇਸ਼ਨ ਦਵਾਂ ਤੇ ਯੂਕੇ ਦੇ ਲਈ ਕੋਈ ਵੀ ਮੇਨ ਇਨਟੇਕ ਫॉर ਦਾ ਇੰਟਰਨੈਸ਼ਨਲ ਸਟੱਡੀ ਆਊਟਸਾਈਡ ਯੂਕੇ ਲਈ ਅਵੇਲੇਬਲ ਨਹੀਂ ਹੁੰਦਾ। ਇਹਦੇ ਵਿੱਚ ਤੁਸੀਂ ਇਸ ਪ੍ਰੋਫਾਈਲ ਦੇ ਨਾਲ ਯੂਕੇ ਦੇ ਵਿੱਚ ਮੇਨ ਇਨਟੇਕ ਨੂੰ ਅਪਰੋਚ ਕਰ ਸਕਦੇ ਹੋ। ਜਿਵੇਂ ਤੁਸੀਂ ਦੱਸਿਆ ਕਿ ਇੱਕ ਓਵਰਆਲ 6 ਹੈ, 2 ਚੋਂ 5.5 ਹੈਗੇ ਆ, ਤੇ ਇਹਦੇ ਨਾਲ ਜਿਹੜੇ ਤੁਹਾਡੇ 10 ਪੁਆਇੰਟ ਹੈਗੇ ਇੰਗਲਿਸ਼ ਐਫੀਸ਼ੀਐਂਸੀ ਦੇ, ਤੁਸੀਂ ਬੜੇ ਆਰਾਮ ਨਾਲ ਅਪਰੋਚ ਕਰ ਸਕਦੇ ਹੋ। ਜੇ ਡੈਡਲੀ ਜੇ ਤੁਸੀਂ ਹੁਣ ਵੀ ਪਲਾਨ ਕਰਦੇ ਹੋ ਯੂਕੇ ਦਾ ਤਾਂ ਮੇਕ ਸ਼ੋਰ ਇਸ ਚੀਜ਼ ਨੂੰ ਇੰਟਰੈਕਟ ਰਹੋ ਕਿ ਜੇ ਤੁਸੀਂ ਪ੍ਰੋਪਰ ਟਾਇਰ 4 ਵਿੱਚ ਜਾਣਾ ਤੇ ਮੇਕ ਸ਼ੋਰ ਕਿ ਤੁਸੀਂ ਗਵਰਨਮੈਂਟ ਯੂਨੀਵਰਸਿਟੀ ਚੂਜ਼ ਕਰੋ। ਔਰ ਜੇ ਯੂਕੇ ਤੁਸੀਂ ਵਰਡ ਯੂਜ਼ ਕਰ ਰਹੇ ਹੋ ਤਾਂ ਮੇਕ ਸ਼ੋਰ ਤੁਹਾਡੇ ਕੋਲ ਫਾਈਨੈਂਸ਼ੀਅਲ ਓਰੀਜਨ ਜਿਹੜੇ ਰਿਸੋਰਸਿਸ ਹੈਗੇ ਆ ਇੰਨੇ ਕੁ ਸੋਲਿਡ ਚਾਹੀਦੇ ਕਿ ਤੁਹਾਨੂੰ 10 ਪੁਆਇੰਟਸ ਹਾਈ ਕਮਿਸ਼ਨ ਦੇ ਦੇ। ਜੀ 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 ਬਿਲਕੁਲ। ਸੋ ਅਗਲੇ ਕਾਲਰ ਵੀ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਕਾਲ ਕੱਟ ਗਈ ਆਈ ਥਿੰਕ। ਹਾਂਜੀ, ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀ ਫਿਲਹਾਲ। ਤਾਂ ਤੁਸੀਂ ਕਿਹਾ ਕਿ ਜਿਵੇਂ ਕਿ ਤੁਸੀਂ ਸਾਰੇ ਅਪਡੇਟਸ ਦੇ ਹੀ ਰਹੇ ਹੋ ਤੇ ਇੱਥੇ ਸਟੂਡੈਂਟਸ ਦੇ ਸਵਾਲ ਨੇ ਕਿ ਕਈ ਜਿਹੜੇ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਨੇ ਉਹ ਅਗਰ ਆਸਟ੍ਰੇਲੀਆ ਲਈ ਅਪਲਾਈ ਕਰ ਰਹੇ ਨੇ ਤਾਂ ਉਹਨਾਂ ਨੂੰ ਆਪਣੇ ਫਾਈਲਿੰਗ ਦੇ ਵਿੱਚ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਦੇਖੋ, ਮੇਜਰ ਜੇ ਗੱਲ ਕਰੀਏ ਕਿ ਜੋ ਰੁਝਾਨ ਆ ਬੱਚਿਆਂ ਦਾ ਇਸ ਟਾਈਮ ਇਹੀ ਹੈ। ਜੇ ਕੈਨੇਡਾ ਦੇ ਅੰਦਰ ਰਿਜ਼ਲਟ ਨਹੀਂ ਸੀ ਅੱਛੇ ਆਏ 1-2 ਮਹੀਨਾ ਪਹਿਲੇ ਤੇ ਬੱਚਿਆਂ ਦੇ ਦਿਮਾਗ 'ਚ ਪੁਆਇੰਟ ਇਹੀ ਹੈਗਾ ਕਿ ਯਾਰ ਸਾਡੀ ਤੁਸੀਂ ਫਾਈਲ ਆਸਟ੍ਰੇਲੀਆ ਲਾਂਚ ਕਰ ਦਿਓ। ਦੇਖੋ, ਹਮੇਸ਼ਾ ਅਸੀਂ ਇੱਕ ਗੱਲ ਕਹਿੰਦੇ ਆ ਕਿ ਕੁਝ ਕੁ ਬੱਚੇ ਹੁੰਦੇ ਆ ਕਿਤੇ ਵੀ ਹੋ ਜਾਏ ਜਾਂ ਮੈਂ ਜਾਣਾ ਇਸੇ ਕੰਟਰੀ ਹੈ, ਸੋ ਉਹ ਬੱਚੇ ਇਸ ਟਾਈਮ ਕੀ ਕਰ ਰਹੇ ਆ, ਆਸਟ੍ਰੇਲੀਆ ਨੂੰ ਅਪਰੋਚ ਕਰ ਰਹੇ ਆ। ਕਿਉਂਕਿ ਦੇਖੋ ਬੱਚੇ ਦੇ ਮਾਂ-ਬਾਪ ਵੀ ਇਸ ਟਾਈਮ ਹਰਾਸ ਹੈਗੇ ਆ ਕਿ ਯਾਰ ਕਿ ਅਸੀਂ ਇੰਨੀ ਇਨਵੈਸਟਮੈਂਟ ਵੀ ਕਰ ਦਿੱਤੀ ਹੈ, ਬੈਂਡ ਸਕੋਰ ਵੀ ਆ ਗਿਆ, ਬਟ ਕੈਨੇਡਾ ਨੂੰ ਸਾਨੂੰ ਰਿਜ਼ਲਟ ਗ੍ਰਾਂਟ ਨਹੀਂ ਹੋਇਆ ਵਧੀਆ। ਸੋ ਬੱਚੇ ਸੋਚਦੇ ਕਿ ਯਾਰ ਟਾਈਮ ਤਾਂ ਦੇਖੋ ਪੈਸਾ ਤਾਂ ਵਾਪਿਸ ਆ ਜਾਊਗਾ, ਟਾਈਮ ਨਹੀਂ ਵਾਪਿਸ ਆਣਾ। ਸੋ ਉਸ ਚੀਜ਼ ਨੂੰ ਕਵਰ ਕਰਨ ਦੇ ਲਈ ਇਸ ਟਾਈਮ ਬੱਚੇ ਦਾ ਰੁਝਾਨ ਇਹ ਹੈਗਾ ਕਿ ਉਹ ਆਸਟ੍ਰੇਲੀਆ ਅਪਲਾਈ ਕਰਨ। ਪਰ ਲੇਕਿਨ ਇਹ ਵੀ ਨਹੀਂ ਹੈਗਾ ਕਿ ਅਸੀਂ ਇੱਟ ਦੇ ਨਾਲ ਗੋੜਾ ਬੰਨ੍ਹਦੀਏ। ਹੁਣ ਕੰਸਰਨ ਕੀ ਹੈਗਾ ਕਿ ਜੇ ਬੱਚੇ ਦੀ ਪ੍ਰੋਫਾਈਲ ਆਸਟ੍ਰੇਲੀਆ ਲਈ ਐਲੀਜੀਬਲ ਹੁੰਦੀ ਹੈ, ਜੇ ਲੈਵਲ 1 ਦੇ ਕਾਲਜਿਸ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਫਾਲ ਕਰਦੀ ਹੈ, ਦੈਨ ਉਹ ਬੱਚੇ ਨੂੰ ਫਾਇਦਾ ਤਾਂ ਹੀ ਉਹ ਅਪਲਾਈ ਕਰੇ। ਅਦਰਵਾਈਜ਼ ਕਿਤੇ ਇਹ ਨਾ ਹੋਏ ਕਿ ਕਾਲੀ ਅੱਗੇ ਟੋਏ ਵਾਲਾ ਹਿਸਾਬ ਹੋ ਜੇ, ਕੈਨੇਡਾ ਵੀ ਰਿਫਿਊਜ਼ ਹੋ ਗਿਆ, ਉਧਰ ਜਲਦਬਾਜ਼ੀ ਨਾਲ ਆਪਾਂ ਆਸਟ੍ਰੇਲੀਆ ਅਪਲਾਈ ਕਰ ਦਿੱਤਾ, ਆਸਟ੍ਰੇਲੀਆ ਦੀ ਰਿਫਿਊਜ਼ਲ ਆ ਜਾਏ ਤੇ ਆਪਣੀ ਪਾਸਪੋਰਟ ਦੀ ਜਮਾ ਹੀ ਵੈਲਿਊ ਡਾਊਨ ਹੋ ਜੇ। ਸੋ ਪ੍ਰੋਪਰਲੀ ਜੋ ਵੀ ਅਸੀਂ ਕਦਮ ਪੁੱਟਣਾ ਹੈ, ਜੋ ਇਸ ਟਾਈਮ ਕ੍ਰਾਈਟੇਰੀਆ ਕਹਿ ਰਿਹਾ ਹਾਈ ਕਮਿਸ਼ਨਸ ਦਾ, ਤਾਂ ਬਹੁਤ ਵੈਲ ਹੈਗਾ। ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕੈਨੇਡਾ ਦੀ, ਤੇ ਮੈਂ ਇੱਕ ਸਾਰੀ ਜਿੰਨੇ ਵੀ ਦਰਸ਼ਕ ਹੈਗੇ, ਜਿੰਨੇ ਵੀ ਵਿਊਅਰਸ ਹੈਗੇ ਆ, ਉਹਨਾਂ ਨੂੰ ਇੱਕ ਬੜਾ ਵਧੀਆ ਮੈਸੇਜ ਦੇਣਾ ਚਾਹੁੰਦਾ, ਸਪੈਸ਼ਲੀ ਫॉर ਦਾ ਕੈਨੇਡਾ, ਫॉर ਦਾ ਮੇਨ ਇਨਟੇਕ। ਹੁਣ ਇਸ ਟਾਈਮ ਬੱਚੇ ਦੇ ਦਿਮਾਗ 'ਚ ਪੁਆਇੰਟ ਹੈ ਕਿ ਇਸ ਟਾਈਮ ਮੇਨ ਇਨਟੇਕ ਦੇ ਲਈ
ਸਾਨੂੰ ਸੀਟਸ ਦੀ ਅਵੇਲੇਬਿਲਿਟੀ ਨਹੀਂ ਹੈਗੀ, ਮੇਨ ਟੇਕ ਨਹੀਂ ਮਿਲ ਰਿਹਾ। ਉਹ ਮੇਜਰ ਬੱਚੇ ਚਾਹੁੰਦੇ ਕਿ ਸਾਨੂੰ ਕਾਲਜ ਉਹ ਮਿਲੇ ਜਿਹਦੇ ਵਿੱਚ ਆਪਾਂ ਨੂੰ PSW ਮਿਲਦਾ ਹੋਏ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਸਾਡਾ ਹੀ ਕੰਪਨੀ ਹੈਗੀ SAS ਮੋਹਾਲੀ, ਇਹਦੇ ਵਿੱਚ ਸਾਡੇ ਕੋਲ ਮੇਨ ਟੇਕ ਦੇ ਲਈ 3-4 ਕਾਲਜਿਸ ਹੈਗੇ ਆ ਜਿਨ੍ਹਾਂ ਦੇ ਅਸੀਂ ਆਲ ਓਵਰ ਦਾ ਇੰਡੀਆ ਲੀਗਲੀ ਰਿਪਰੈਜ਼ੈਂਟੇਟਰ ਆ। ਲਾਈਕ ਪੋਟਾਸ ਕਾਲਜ ਹੈ, ਕੈਂਪਬੈਲ ਹੈ, ਕੁਆਂਟਮ ਹੈਗੇ ਆ। ਸੋ ਉਹ ਬੱਚੇ ਸਾਡੇ ਨਾਲ ਕੰਸਲਟ ਕਰਨ ਜੋ ਮੇਨ ਟੇਕ ਵੀ ਜਾਣਾ ਚਾਹੁੰਦੇ ਆ। 6 ਸੀ ਬੈਂਡ ਸਕੋਰ ਹੈਗਾ, 1 ਚੋਂ 5.5 ਹੈਗੇ ਆ, ਬਟ ਟਾਈਮ ਨੂੰ ਲੈ ਕੇ ਉਲਝੇ ਹੋਏ ਆ ਜਾਂ ਸਤੰਬਰ ਇਨਟੇਕ ਦਾ ਆਫਰ ਅਪਲਾਈ ਕੀਤਾ, ਵਰੀਡ ਹੈ ਕਿ ਸਾਲ ਦਾ ਗੈਪ ਨਾ ਹੋ ਜਾਏ। ਉਹਨਾਂ ਦਾ ਅਸੀਂ 2-3 ਦਿਨ ਦੇ ਵਿੱਚ ਅਸੀਂ ਜਿਹੜਾ ਹੈਗਾ ਆਫਰ ਲੈਟਰ ਪ੍ਰੋਵਾਈਡ ਕਰਾਂਗੇ। ਔਰ ਸਪੈਸ਼ਲੀ ਉਹ ਕਾਲਜਿਸ ਇਵੇਂ ਦੇ ਆ ਕਿ ਜਿਨ੍ਹਾਂ ਦੀ ਫੀਸ ਸਟਰਕਚਰ ਵੀ ਲਿਮਿਟਿਡ ਹੈਗੀ ਹੈ। ਕਹਿ ਲਓ ਕਿ ਇਕਨੋਮਿਕਲੀ ਮਿਡਲ ਕਲਾਸ ਬੰਦਾ ਵੀ ਅਪਰੋਚ ਕਰ ਸਕਦਾ। $10-12,000 ਫੀਸ ਹੈ, PSW ਹੈਗਾ, ਇੰਟੀਗ੍ਰੇਟਿਡ ਕੋਰਸਿਸ ਹੈਗੇ ਆ, ਇੰਟਰਨਸ਼ਿਪ ਪੇਡ ਪ੍ਰੋਗਰਾਮ ਹੈ, ਯੂਨੀਵਰਸਿਟੀ ਪਾਥਵੇ ਹੈਗਾ। ਸੋ ਜੋ ਵੀ ਬੱਚੇ ਜਾਣਾ ਚਾਹੁੰਦੇ ਆ ਕੈਨੇਡਾ ਮੇਨ ਟੇਕ ਦੇ ਵਿੱਚ, ਉਹ ਸਾਡੇ ਨਾਲ ਕੋਆਰਡੀਨੇਟ ਕਰ ਸਕਦੇ ਆ ਜੀ। ਮਤਲਬ ਕਿ ਕਈ ਤਰ੍ਹਾਂ ਦੀ ਆਪਸ਼ਨਸ ਅਵੇਲੇਬਲ ਨੇ ਜੋ ਐਕਚੁਅਲੀ ਮੇਨ ਇਹੀ ਸਵਾਲ ਹੁੰਦੇ ਨੇ, ਇਹਨਾਂ ਚੀਜ਼ਾਂ ਨੂੰ ਲੈ ਕੇ ਦਿੱਕਤਾਂ ਹੁੰਦੀਆਂ ਨੇ। ਸੋ ਤੁਹਾਡੇ ਵੀ ਮਨ ਵਿੱਚ ਕੋਈ ਸਵਾਲ ਹੋਵੇ ਤਾਂ ਜ਼ਰੂਰ ਸ਼ੋਅ ਦੇ ਦੌਰਾਨ ਵੀ ਕਾਲ ਕਰ ਸਕਦੇ ਹੋ, ਸ਼ੋਅ ਤੋਂ ਬਾਅਦ ਵੀ ਸੇਮ ਇਹਨਾਂ ਨੰਬਰਸ ਉੱਪਰ ਹੀ ਕਾਲ ਕਰ ਸਕਦੇ ਹੋ। ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ SAS ਮੋਹਾਲੀ ਦੇ ਆਫਿਸ ਆ, ਮੋਹਾਲੀ ਦੇ ਵਿੱਚ ਸੈਕਟਰ 3B2 ਵਿੱਚ ਇਹਨਾਂ ਦਾ ਆਫਿਸ ਹੈ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ, ਆਪਣੇ ਪੇਰੈਂਟਸ ਨੂੰ ਵੀ ਨਾਲ ਲੈ ਕੇ ਜ਼ਰੂਰ ਜਾਇਆ ਕਰੋ ਤਾਂ ਕਿ ਉਹ ਵੀ ਹਰ ਚੀਜ਼ ਨੂੰ ਸਮਝ ਸਕਣ, ਜਾਣ ਸਕਣ, ਕਿਉਂਕਿ ਤੁਹਾਡੇ ਪੇਰੈਂਟਸ ਹੀ ਜੋ ਨੇ ਤੁਹਾਡੇ ਉੱਪਰ ਆਪਣੇ ਪੂਰੇ ਮਿਹਨਤ ਦੀ ਕਮਾਈ ਲਗਾਉਂਦੇ ਨੇ, ਜੀਵਨ ਭਰ ਦੀ ਕਮਾਈ ਤੁਹਾਡੇ ਫਿਊਚਰ ਲਈ ਲਗਾਉਂਦੇ ਨੇ। ਸੋ ਇਸ ਲਈ ਆਪਣੇ ਪੇਰੈਂਟਸ ਨੂੰ ਵੀ ਨਾਲ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਵੀ ਹਰੇਕ ਗੱਲ ਦਾ ਪਤਾ ਹੋਵੇ। ਇੱਥੇ ਆਪਾਂ ਆਸਟ੍ਰੇਲੀਆ ਦੀ ਤਾਂ ਹੁਣ ਗੱਲ ਕਰ ਰਹੇ ਹਾਂ ਸਟੱਡੀ ਵੀਜ਼ਾ ਦੀ ਵੀ, ਜੋ ਮੈਂ ਪਹਿਲਾਂ ਗੱਲ ਕੀਤੀ ਕਿ ਆਪਾਂ ਟੂਰਿਸਟ ਵੀਜ਼ਾ ਬਾਰੇ ਵੀ ਹੁਣ ਸਵਾਲ ਆਣੇ ਸ਼ੁਰੂ ਹੋ ਗਏ ਨੇ ਕਿ ਉਹਨਾਂ ਦੀ ਵੀ ਪ੍ਰੋਸੈਸਿੰਗ ਸ਼ੁਰੂ ਹੋ ਚੁੱਕੀ ਹੈ, ਲੱਗ ਰਹੇ ਨੇ ਵੀਜ਼ਾ। ਡੈਫੀਨਿਟਲੀ 21 ਫੈਬ ਤੋਂ ਬਾਅਦ ਆਸਟ੍ਰੇਲੀਆ ਨੇ ਜੋ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ, ਦੈਟਸ ਯਾਨੀ ਕਿ ਨੌਨ ਐਸੈਂਸ਼ੀਅਲ ਟਰੈਵਲ ਵੀ ਓਪਨ ਕਰ ਦਿੱਤਾ। ਹੁਣ ਉਹਦੇ ਵਿੱਚ ਕੀ ਹੈਗਾ ਕਿ ਨੌਨ ਐਸੈਂਸ਼ੀਅਲ ਟਰੈਵਲ ਤਾਂ ਓਪਨ ਕਰ ਦਿੱਤਾ, ਬਟ ਫॉर ਦਾ ਫਲਾਈ ਕਿਆ ਟਰਮਸ ਕੰਡੀਸ਼ਨ ਰਹਿਣਗੀਆਂ। ਹੁਣ ਐਕਚੁਅਲੀ ਕੀ ਸੀ ਕਿ 21 ਫੈਬ ਤੋਂ ਪਹਿਲੇ ਆਸਟ੍ਰੇਲੀਆ ਵਿੱਚ ਫਾਈਲ ਹੁੰਦਾ ਸੀ ATD ਫਾਰਮ ਕਿ ਵੀਜ਼ਾ ਆਉਣ ਤੋਂ ਬਾਅਦ ਤੁਸੀਂ ਆਸਟ੍ਰੇਲੀਆ ਟਰੈਵਲ ਡਿਪਾਰਚਰ ਫਾਰਮ ਫਿਲ ਕਰ ਰਹੇ ਹੋ, ਦੈਨ ਤੁਹਾਨੂੰ ਇਮੀਗ੍ਰੇਸ਼ਨ ਕਲੀਅਰ ਕਰ ਰਹੀ ਹੈ। ਹੁਣ ਨਾਓ ਡੇਜ਼ 21 ਫੈਬ ਤੋਂ ਬਾਅਦ ਤੁਹਾਡਾ DPD ਫਾਰਮ ਫਿਲ ਹੋ ਰਿਹਾ ਹੈ। ਔਰ ਦੂਸਰਾ, ਜੇ ਤੁਸੀਂ ਟੂਰਿਸਟ ਜਾਂ ਵਿਜ਼ਟਰ ਦੇ ਟਰੈਵਲ ਕਰਨਾ ਚਾਹੁੰਦੇ ਹੋ, ਮੇਕ ਸ਼ੋਰ ਯੂ ਸ਼ੁੱਡ ਬੀ ਫੁੱਲੀ ਵੈਕਸੀਨੇਟਿਡ। ਜੇ ਤੁਸੀਂ ਫੁੱਲੀ ਵੈਕਸੀਨੇਟਡ ਹੋ, ਤੁਹਾਡੀ ਹੁਣ 48 ਘੰਟੇ ਪਹਿਲੇ ਨਹੀਂ 24 ਘੰਟੇ ਪਹਿਲੇ ਦੀ ਰਿਪੋਰਟ PRTC ਟੈਸਟ ਦੀ ਨੈਗੇਟਿਵ ਹੋਏਗੀ, ਦੈਨ ਤੁਹਾਨੂੰ ਟਰੈਵਲ ਦੀ ਪਰਮਿਟ ਦਿੱਤਾ ਜਾਏਗਾ। ਬਿਲਕੁਲ। ਸੋ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਜਸਪ੍ਰੀਤ ਗੱਲ ਕਰ ਰਿਹਾ ਜੀ ਮੈਂ ਸਮਾਣਾ ਤੋਂ। ਹਾਂਜੀ, ਕੀ ਸਵਾਲ ਹੈ? ਮੈਂ ਜੀ ਆਸਟ੍ਰੇਲੀਆ ਦਾ ਪੁੱਛਣਾ ਸੀਗਾ ਜੀ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਹਾਂ, ਮੈਂ ਆਇਲਸ ਕੀਤੀ ਸੀ, ਮੇਰੇ 5.5 ਆਏ ਜੀ ਓਵਰਆਲ 5.5। ਕੀ ਕੀਤਾ ਹੋਇਆ ਤੁਸੀਂ? ਮੈਂ ਜੀ +2 ਕੀਤੀ ਹੋਈ ਹੈ 2019 ਦੇ ਵਿੱਚ। ਕਿੰਨੀ ਪਰਸੈਂਟੇਜ ਹੈ? 55% ਨੇ ਜੀ। 55%। ਹਾਂਜੀ, ਆਸਟ੍ਰੇਲੀਆ ਲਈ ਪੁੱਛ ਰਹੇ ਹਾਂ ਨੇ। ਬਿਲਕੁਲ ਜਸਪ੍ਰੀਤ, ਇਹਦੇ ਵਿੱਚ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ, ਲੇਕਿਨ ਮੈਂ ਇਹ ਨਹੀਂ ਚਾਹੁੰਦਾ ਕਿ ਤੁਹਾਨੂੰ ਲੈਵਲ 1 ਦਾ ਨਹੀਂ, ਚਲੋ ਵੈਟ ਲੈਵਲ ਦਾ, D2 ਇੰਟੀਗ੍ਰੇਟਿਡ ਲੈਵਲ ਦਾ ਅੱਛਾ ਕਾਲਜ ਮਿਲ ਜੂਗਾ। ਬਟ ਜੇ ਤੁਸੀਂ ਇਹਦੇ ਵਿੱਚ ਵੀਜ਼ਾ ਚਾਹੁੰਦੇ ਹੋ ਇਸ ਪ੍ਰੋਫਾਈਲ ਦੇ ਉੱਤੇ, ਤਾਂ ਮੇਕ ਸ਼ੋਰ ਥੋੜਾ ਜਿਹਾ ਨਾ ਤੁਸੀਂ ਰੀਜਨਲ ਏਰੀਆ ਨੂੰ ਅਪਰੋਚ ਕਰੋ। ਐਕਚੁਅਲੀ ਕੀ ਹੈ, ਜੇ ਤੁਸੀਂ ਸਿਟੀ ਸੈਂਟਰ ਨੂੰ ਕਿ ਯਾਰ ਮੈਂ ਜਾਣਾ ਹੀ ਮੈਲਬਰਨ ਹੈ, ਮੈਂ ਜਾਣਾ ਹੀ ਸਿਡਨੀ ਹੈ, ਉਹਦੇ ਵਿੱਚ ਥੋੜੀ ਦਿੱਕਤ ਆ ਸਕਦੀ ਹੈ। ਥੋੜਾ ਜਿਹਾ ਤੁਸੀਂ ਜੇ ਅਟਲਾਂਟਿਕ ਸਾਈਡ ਨੂੰ, ਰੀਜਨਲ ਏਰੀਆ ਨੂੰ ਅਪਰੋਚ ਕਰੋਗੇ ਤੇ ਉਹਦੇ ਵਿੱਚ ਤੁਹਾਡੀ ਇਸ ਪ੍ਰੋਫਾਈਲ ਦੇ ਵੀਜ਼ਾ ਚਾਂਸਸ ਵਧੀਆ ਰਹਿਣਗੇ। ਹੁਣ ਐਕਚੁਅਲੀ ਕੀ ਹੁੰਦਾ ਕਿ ਜਿਹੜਾ ਕਿ ਡੈਂਸ ਪੋਪੂਲੇਟਿਡ ਏਰੀਆ ਹੁੰਦਾ ਨਾ, ਤੇ ਉਹਦੀ ਬਾਈ ਡਿਫਾਲਟ ਡਿਮਾਂਡੇਸ਼ਨ ਜ਼ਿਆਦਾ ਹੈ। ਹੁਣ ਕੀ ਹੈ ਕਿ ਜਿੱਦਾਂ ਇਦਾਂ ਦੀ ਪ੍ਰੋਫਾਈਲ ਹੈਗੀ ਹੈ, ਹੁਣ ਬੱਚੇ ਆ ਜਾਂਦੇ ਨਹੀਂ ਯਾਰ ਮੇਰੇ ਉੱਥੇ ਸੱਜਣ ਬੈਠੇ ਆ, ਮੈਂ ਵੀ ਤਾਂ ਉੱਥੇ ਹੀ ਜਾਣਾ। ਫਸਟ ਆਫ ਆਲ ਲੁੱਕ ਫॉर योर ਵੀਜ਼ਾ। ਦੇਖੋ ਤੁਹਾਡੇ ਕੋਲ ਵੀਜ਼ਾ, ਤੁਹਾਡੇ ਕੋਲ ਸਾਰਾ ਆਸਟ੍ਰੇਲੀਆ, ਤੁਹਾਡੇ ਕੋਲ ਸਾਰੀ ਕੰਟਰੀ ਹੈ। ਜੇ ਤੁਹਾਡੇ ਕੋਲ ਵੀਜ਼ਾ ਨਹੀਂ ਹੈਗਾ ਤਾਂ ਆਪਣੇ ਲਈ ਦਿੱਲੀ 에ਅਰਪੋਰਟ ਵੀ ਨਹੀਂ ਹੈ। ਸੋ ਇਸ ਚੀਜ਼ ਨੂੰ ਆਪਾਂ ਪ੍ਰੋਪਰ ਫੋਕਸ ਕਰਕੇ ਕਰ ਸਕਦੇ ਆ ਕਿ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮਾਂ-ਬਾਪ ਨੇ ਸਾਰੀ ਉਮਰ ਭਰ ਦੀ ਜਮਾ ਪੂੰਜੀ ਲਾਣੀ ਆਪਣੀ। ਸੋ ਇਹਦੇ ਵਿੱਚ ਸਭ ਤੋਂ ਜਿਹੜਾ ਮੇਲ ਰੋਲ ਅਦਾ ਕਰਦੀ ਹੈ, ਮੈਂ ਇੱਕ ਚੀਜ਼ ਬਿਲਕੁਲ ਕਲੀਅਰ ਕਰਨਾ ਚਾਹੁੰਦਾ, ਵੀਜ਼ਾ ਦੇ ਲਈ ਤੁਹਾਡੀ ਇੱਕ ਐਡਮਿਸ਼ਨਸ ਬਹੁਤ ਵੱਡਾ ਰੋਲ ਹੈ ਫॉर योर ਵੀਜ਼ਾ। ਕਿਉਂਕਿ ਐਡਮਿਸ਼ਨ ਇੱਕ ਇਦਾਂ ਦੀ ਬੈਕਬੋਨ ਹੈ ਜਿਹਦੇ ਤੇ ਤੁਹਾਡੀ SOP, ਜਿਹਦੇ ਤੇ ਤੁਹਾਡੀ ਫਾਈਲਿੰਗ, ਜਿਹਦੇ ਤੇ ਤੁਹਾਡਾ ਪੇਪਰ ਵਰਕ, ਜੋ ਚੀਜ਼ ਨੂੰ ਜੱਜ ਕਰਨਾ ਤੁਹਾਡੇ ਹਾਈ ਕਮਿਸ਼ਨਰ ਨੇ। ਹੁਣ ਤੁਸੀਂ ਇੱਕ ਚੀਜ਼ ਨੂੰ ਨੋਟਿਸ ਕਰੋ, ਕੱਲਾ ਵੀਜ਼ਾ ਲੈਣਾ ਮਕਸਦ ਨਹੀਂ ਹੈ। ਜੇ ਕੱਲਾ ਵੀਜ਼ਾ ਲੈਣਾ ਵੀ ਹੈ ਤਾਂ ਲੋਕ ਡੋਂਕੀ ਲਾ ਕੇ ਬਾਹਰ ਜਾ ਰਹੇ ਆ, ਪਰ ਲੇਕਿਨ ਮੇਜਰ ਦਿੱਕਤ ਆਉਂਦੀ ਹੈ ਵਾਂਸ ਯੂ ਰਿਸੀਵ ਦਾ ਵੀਜ਼ਾ ਤੋਂ ਬਾਅਦ ਨੰਬਰ ਆਫ ਕੇਸਿਸ ਤੇ ਸਾਨੂੰ ਅਬਰੋਡ ਤੋਂ ਬੱਚਿਆਂ ਦੀ ਕੁਐਰੀਜ਼ ਆਉਂਦੀ ਹੈ ਕਿ ਯਾਰ ਅਸੀਂ ਇੱਥੇ ਪਹੁੰਚ ਤਾਂ ਗਏ ਆ, ਸਾਨੂੰ ਕੰਮ ਲੱਭਣ 'ਚ ਦਿੱਕਤ ਹੈ, ਰਹਿਣ ਸਹਿਣ 'ਚ ਦਿੱਕਤ ਹੈ। ਹਾਂਜੀ, ਜਿਹੜਾ ਤੁਸੀਂ ਕੋਰਸ ਦੇਤਾ ਜੀ, ਇੱਥੇ ਤਾਂ ਉਹਦੀ ਡਿਮਾਂਡ ਹੀ ਨਹੀਂ ਹੈਗੀ, ਮੇਰੀ ਜੋਬ ਡਿਊਟੀਜ਼ ਕੀ ਰਹਿਣਗੀ, ਕੱਲ ਨੂੰ ਜੋਬ ਫਿਊਚਰ 'ਚ ਕੀ ਰਹੇਗੀ। ਸੋ ਜੋ ਸਾਡੀ ਕੰਪਨੀ ਹੈ ਤੁਹਾਨੂੰ ਇੱਕ ਪ੍ਰੋਪਰਲੀ ਏਜੰਡਾ, ਪ੍ਰੋਪਰਲੀ ਕਹਿ ਲਓ ਕਿ ਇੱਕ ਪੋਰਟਫੋਲੀਓ ਡਿਜ਼ਾਈਨ ਕਰਕੇ ਦਿੰਦੇ ਆ
ਹੈ ਕਿ ਜਿਹਦੇ ਵਿੱਚ ਜਸਟ ਇਕੱਲਾ ਵੀਜ਼ਾ ਪ੍ਰੋਸੈਸ ਨਹੀਂ ਹੈਗਾ, ਆਫਟਰ ਵੀਜ਼ਾ ਸਰਵਿਸਿਜ਼ ਵੀ ਜੋ ਸਾਡੀ ਕੰਪਨੀ ਤੁਹਾਨੂੰ ਪ੍ਰੋਵਾਈਡ ਕਰੇਗੀ। ਜੀ ਬਿਲਕੁਲ, ਕਿਉਂਕਿ ਸਟੂਡੈਂਟਸ ਕੀ ਉਹਨਾਂ ਦੇ ਪੇਰੈਂਟਸ ਦੀ ਵੀ ਹਮੇਸ਼ਾ ਇਹੀ ਖੁਆਇਸ਼ ਹੁੰਦੀ ਹੈ ਕਿ ਇੱਕ ਅਜਿਹਾ ਹੀ ਕੰਸਲਟੈਂਟ ਮਿਲੇ ਜੋ ਸਿਰਫ ਵੀਜ਼ਾ ਲਿਆਉਣ ਤੱਕ ਹੀ ਨਹੀਂ ਬਲਕਿ ਵੀਜ਼ਾ ਤੋਂ ਬਾਅਦ ਲੈਣ ਤੋਂ ਬਾਅਦ ਵੀ ਉੱਥੇ ਪਹੁੰਚਣ ਤੋਂ ਬਾਅਦ ਵੀ ਅਗਰ ਸਟੂਡੈਂਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਦੀ ਹੈਲਪ ਕੀਤੀ ਜਾਵੇ। ਸੋ ਐਸਐਸ ਮੋਹਾਲੀ ਵੱਲੋਂ ਭਰੋਸਾ ਦਿੱਤਾ ਜਾਂਦਾ ਹੈ ਕਿ ਸਟੂਡੈਂਟਸ ਨੂੰ ਹਰੇਕ ਪੁਆਇੰਟ ਤੇ ਗਾਈਡ ਕੀਤਾ ਜਾਂਦਾ ਹੈ ਤਾਂ ਕਿ ਸਟੂਡੈਂਟਸ ਆਪਣਾ ਜੋ ਹੈ ਫਿਊਚਰ ਬ੍ਰਾਈਟਲੀ ਔਰ ਬੜੇ ਹੀ ਕੌਨਫੀਡੈਂਸ ਦੇ ਨਾਲ ਅੱਗੇ ਵਧਣ ਆਪਣੇ ਫਿਊਚਰ ਦੇ ਲਈ। ਤੇ ਮੈਂ ਇੱਥੇ ਗੱਲ ਕਰਾਂ, ਅਗਰ ਆਪਾਂ ਗੱਲ ਤਾਂ ਇਹ ਕਰ ਲਈ ਚਲੋ ਕਿ ਜੋ ਤੁਸੀਂ ਗੱਲ ਕੀਤੀ ਨਾ ਕਿ ਜਗ੍ਹਾ ਦੀ ਸਿਲੈਕਸ਼ਨ ਨੂੰ ਲੈ ਕੇ ਰਿਜਿਡ ਨਹੀਂ ਹੋਣਾ ਚਾਹੀਦਾ, ਸਟੂਡੈਂਟ ਨੂੰ ਕਿਸੇ ਹੋਰ ਨੂੰ ਦੇਖ ਕੇ ਨਹੀਂ ਅਪਰੋਚ ਕਰਨਾ ਚਾਹੀਦਾ। ਚਲੋ ਇਹ ਸਵਾਲ ਕੰਟੀਨਿਊ ਰੱਖਾਂਗੇ, ਫਿਲਹਾਲ ਕਾਲਰ ਲਾਈਨ ਤੇ ਨੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਰਿਸ਼ਵ ਗੱਲ ਕਰ ਰਿਹਾ ਮੈਮ, ਫਤਿਹਬਾਦ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੈਂ ਯੂਕੇ ਜਾਣਾ ਚਾਹੁੰਦਾ ਸੀ ਮੈਮ, ਮੈਂ ਨਾ ਹੁਣੇ ਆਇਲਟਸ ਕੀਤੀ ਹੈ ਮੈਮ। ਠੀਕ ਹੈ, ਕਿੰਨਾ ਸਕੋਰ ਆਇਆ? ਮੈਮ ਮੇਰੇ 6 ਓਵਰਆਲ ਆਏ ਨੇ, 5.5 2 ਮੋਡਿਊਲ ਦੇ ਵਿੱਚ ਆਏ ਨੇ। ਠੀਕ ਹੈ, ਕੁਆਲੀਫਿਕੇਸ਼ਨ ਕਿੰਨੀ ਹੈ ਤੁਹਾਡੀ? ਮੈਮ ਆਈਟੀਆਈ ਕੀਤੀ ਹੋਈ ਹੈ 2017 ਦੇ ਵਿੱਚ। ਠੀਕ ਹੈ, ਹਾਂਜੀ। ਆਫਟਰ 17 ਤੋਂ ਬਾਅਦ ਕੀ ਕੀਤਾ ਤੁਸੀਂ? ਮੈਮ ਗੈਪ ਹੈ ਗਿਆ ਮੇਰਾ। ਗੈਪ ਹੈ, ਓਕੇ। ਯੂਕੇ ਲਈ ਅਪਲਾਈ ਕਰਨਾ ਚਾਹ ਰਹੇ ਹਾਂ ਜੀ ਬਿਲਕੁਲ, ਜਿਵੇਂ ਰਿਸ਼ਵ ਜੀ ਦੀ ਪ੍ਰੋਫਾਈਲ ਹੈਗੀ, ਖੇਜ ਨੰਬਰ ਆਫ ਪ੍ਰੋਫਾਈਲਸ ਆਉਂਦੀਆਂ ਕਿ ਬੱਚਾ ਚਲੋ ਯਾਰ 3-4 ਸਾਲ ਦੇ ਸਟੱਡੀ ਗੈਪ ਤੋਂ ਬਾਅਦ, ਵਰਕ ਗੈਪ ਤੋਂ ਬਾਅਦ ਉਹ ਬੱਚੇ ਦੇ ਬੈਂਡ ਸਕੋਰ ਤਾਂ ਹੈਗੇ ਆ ਪਰ ਬਟ ਫਿਰ ਵੀ ਬੱਚਾ ਡਾਈਸੀ ਹੈ ਕਿ ਯਾਰ ਹੁਣ ਮੈਂ ਕੀ ਕਰਾਂ ਕੀ ਨਾ ਕਰਾਂ। ਹੁਣ ਅਸੀਂ ਇੱਕ ਚੀਜ਼ ਨੂੰ ਸਮਝੇ ਯਾਰ, ਜੋ ਸਾਡੇ ਏਜੰਟਸ ਨੇ ਹਵਾ ਬਣਾਤਾ ਜਾਂ ਬਹੁਤ ਦੱਸ ਦਿੱਤਾ, ਅੱਛਾ ਜੀ 10 ਸਾਲ ਦਾ ਗੈਪ ਹੈ ਯੂਕੇ ਆ ਜਾਓ, ਅੱਛਾ ਜੀ 2 ਸਾਲ ਦਾ ਗੈਪ ਹੈ ਯੂਕੇ ਆ ਜਾਓ, ਬੈਂਡ ਸਕੋਰ ਘੱਟ ਹੈ ਯੂਕੇ ਆ ਜਾਓ। ਉਹ ਯਾਰ ਉਹ ਯੂਕੇ ਇੱਕ ਕੰਟਰੀ ਹੈ, ਉਹਦੀ ਇਕਨੋਮੀ ਲੈਵਲ ਆਪਣੇ ਨਾਲੋਂ ਕਈ ਜਾਣਾ ਵਧੀਆ। ਦੇਖੋ ਇੱਕ ਚੀਜ਼ ਨੂੰ ਅਸੀਂ ਸਮਝੀਏ, ਇਹ ਨਹੀਂ ਕਿ ਹਰ ਕੰਟਰੀ ਨੂੰ ਜੋ ਬੱਚਾ ਕਿਤੇ ਨਹੀਂ ਬਣ ਰਿਹਾ ਚਲੋ ਜੀ ਯੂਕੇ ਕਰ ਲਓ। ਯਾਰ ਯੂਕੇ ਦਾ ਵੀ ਇੱਕ ਆਪਣਾ ਐਲੀਜੀਬਿਲਟੀ ਪ੍ਰੋਸੈਸ ਹੈ। ਬਿਲਕੁਲ ਬਿਲਕੁਲ ਜੀ। ਹੁਣ ਯੂਕੇ ਦੀ ਹੁਣ ਮੈਂ ਕਹਿਣ ਨੂੰ ਕਿ ਇੱਦ ਕਰਦੀ ਤੋਂ ਲਾਇਬ ਵੀ ਹੋ ਜਾਊਗਾ, ਕੱਲ ਨੂੰ ਰਿਫਿਊਜ਼ਲ ਆ ਜਾਊਗੀ, ਕੀ ਹੋ ਜਾਊਗਾ, ਕੋਈ ਫਾਇਦਾ ਨਹੀਂ। ਸੋ ਮੇਜਰ ਕੰਸਰਨ ਕੀ ਹੈਗਾ ਜੀ, ਆਪਾਂ ਯੂਕੇ ਸੋਚ ਰਹੇ ਹਾਂ, ਯੂਕੇ ਦੇ ਅਸੀਂ ਜੋ ਲੌਜੀਕਲੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ ਪਹਿਲੇ ਆਪਾਂ ਉਸ ਚੀਜ਼ ਨੂੰ ਸਮਝੀਏ। ਕਿਉਂਕਿ ਯੂਕੇ ਇਸ ਟਾਈਮ ਟਾਇਰ 4 ਦੇ ਵਿੱਚ 70 ਪੁਆਇੰਟਸ ਤੇ ਆਪਾਂ ਨੂੰ ਵੀਜ਼ਾ ਦੇ ਰਿਹਾ। 70 ਪੁਆਇੰਟਸ ਦੇ ਲਈ ਤੁਹਾਨੂੰ 50 ਪੁਆਇੰਟ ਕੈਸ਼ ਲੈਟਰ ਦੇ ਲੈਣੇ ਪੈਣਗੇ, 10 ਫੰਡਿੰਗ ਦੇ ਲੈਣੇ ਪੈਣਗੇ, 10 ਤੁਹਾਡੀ ਇੰਗਲਿਸ਼ ਐਫੀਸ਼ੀਐਂਸੀ ਦੇ। ਹੁਣ ਜਿਹੜੀ ਗੱਲ ਆਉਂਦੀ ਹੈ ਕਿ 50 ਪੁਆਇੰਟ ਕੈਸ਼ ਲੈਟਰ ਦੇ ਕਿਵੇਂ ਮਿਲਣਗੇ ਆਪਾਂ ਨੂੰ, ਇਹ ਡਿਪੈਂਡ ਕਰਦਾ ਹੈ ਕਿ ਜਿਸ ਯੂਨੀਵਰਸਿਟੀ 'ਚ ਤੁਸੀਂ ਐਡਮਿਸ਼ਨ ਲੈ ਰਹੇ ਹੋ ਕਿ ਉਹ ਯੂਨੀਵਰਸਿਟੀ ਕਿੰਨੀ ਕੁ ਮਿਨੀਮਮ ਡਿਪੋਜ਼ਿਟ ਤੇ 70% ਫੀਸ ਤੇ 50% ਫੀਸ ਤੇ ਤੁਹਾਨੂੰ ਕੈਸ਼ ਇਸ਼ੂ ਕਰਦੇ ਜਾਂ ਨਹੀਂ ਕਰਦੀ। ਫਿਰ ਇੱਕ ਵਾਰ ਅਸੀਂ ਬਹੁਤ ਚੀਜ਼ਾਂ ਵੇਖੀਆਂ, ਜਿਹੜੇ ਬੱਚੇ ਹੈ ਜਾਂ ਕਹਿ ਲਓ ਕਿ ਕੁਝ ਵਾਰ ਬੱਚਿਆਂ ਦੀ ਗਲਤੀ ਕਰਕੇ, ਕੁਝ ਵਾਰ ਏਜੰਟ ਦੀ ਗਲਤੀ ਕਰਕੇ ਜਿਹੜੀ ਯੂਕੇ ਦੀ ਐਡਮਿਸ਼ਨ ਆ ਪ੍ਰੋਪਰ ਲਾਸਟ ਤੱਕ ਨਹੀਂ ਜਾਂਦੀ। ਐਕਚੁਅਲੀ ਕੀ ਹੈ ਕਿ ਏਜੰਟ ਜਦੋਂ ਬੱਚੇ ਨੂੰ ਪ੍ਰੋਪਰ ਕਾਉਂਸਲ ਕਰਦਾ ਹੈ ਉਸ ਟਾਈਮ ਉਹਦੀ ਬਰੀਕੀਆਂ ਨਹੀਂ ਦੱਸਦਾ, ਉਸ ਟਾਈਮ ਜਸਟ ਕਰਦਾ ਚਲੋ ਜੀ ਆਪਾਂ ਇਨਰੋਲ ਕਰਨਾ ਬੱਚੇ ਤੇ, ਫਿਰ ਬੱਚੇ ਦਾ ਆਫਰ ਲੈਟਰ ਆਉਂਦਾ, ਫਿਰ ਆਪਾਂ ਦੱਸਦੇ ਹਾਂ ਜੀ ਨਹੀਂ ਇਸ ਟਾਈਮ ਇੰਟਰਵਿਊ ਹੋਗਾ, ਫਿਰ ਬੱਚਾ ਕਹਿੰਦਾ ਯਾਰ ਪਹਿਲੇ ਕਿਉਂ ਨਹੀਂ ਦੱਸਿਆ। ਹਾਂ, ਉਹ ਸਟੂਡੈਂਟ ਹੋ ਟੈਨਸ਼ਨ ਵਿੱਚ ਆ ਜਾਂਦਾ। ਬਿਲਕੁਲ, ਕਈ ਵਾਰੀ ਯੂਨੀਵਰਸਿਟੀ ਐਵੇਂ ਦੀ ਹੈ ਯੂਕੇ ਤੁਸੀਂ ਫੀਸ ਪਾ ਦਿੰਦੇ ਹੋ, ਫਿਰ ਇੰਟਰਵਿਊ ਲੈਂਦੇ ਕੈਸ਼ ਲੈਟਰ ਟਾਈਮ, ਫਿਰ ਬੱਚੇ ਉਹਦੇ ਮਾਪੇ ਸਾਡੇ ਨਾਲ ਲੜਦੇ ਆ ਜੀ ਹੁਣ ਤਾਂ ਤੁਸੀਂ ਸਾਡੇ ਪੈਸੇ ਫਸਾਤੇ, ਹੁਣ ਤੁਸੀਂ ਕਹਿ ਰਹੇ ਹੋ ਇੰਟਰਵਿਊ ਕਰੋ। ਸੋ ਇਹ ਚੀਜ਼ਾਂ ਲਈ ਜੇ ਆਪਾਂ ਯੂਕੇ ਚੂਜ਼ ਕਰ ਰਹੇ ਹਾਂ ਤੇ ਯੂਕੇ ਨੇ ਅਸੀਂ ਪ੍ਰੋਪਰਲੀ ਪਹਿਲੇ ਸਮਝੀਏ ਕਿ ਯੂਕੇ ਇਸ ਟਾਈਮ ਕਿਸ ਅਕੋਰਡਿੰਗ ਆਪਾਂ ਨੂੰ ਐਡਮਿਸ਼ਨ ਦੇ ਰਿਹਾ ਤੇ ਕੀ ਪ੍ਰੋਸੈਸ ਆ ਉਹਦਾ। ਜੀ ਜੀ ਜੀ, ਤੇ ਉਹ ਵੀ ਪ੍ਰੋਸੈਸ ਆਪਾਂ ਡਿਟੇਲ 'ਚ ਜ਼ਰੂਰ ਸਮਝਾਵਾਂਗੇ ਜੀ। ਤਾਂ ਕਾਲ ਤਾਂ ਵੈਸੇ ਕੱਟ ਗਈ ਹੈ ਤੇ ਮੈਂ ਜ਼ਰੂਰ ਚਾਹੂੰਗੀ ਕਿ ਆਪਾਂ, ਕਿਉਂਕਿ ਯੂਕੇ ਨੂੰ ਵਾਕਈ ਬਹੁਤ ਈਜ਼ੀ ਆਪਸ਼ਨ ਮੰਨਿਆ ਜਾਂਦਾ ਕਿ ਕਿਤੇ ਹੋਰ ਨਹੀਂ ਬਣ ਰਿਹਾ ਤੇ ਚਲੋ ਆਪਾਂ ਯੂਕੇ ਅਪਲਾਈ ਕਰ ਲੈਂਦੇ ਆ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਮਨਵੀਰ ਗੱਲ ਕਰ ਰਹੀ ਹਾਂ ਮੋਗਾ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਮ ਗ੍ਰੈਜੂਏਸ਼ਨ ਕੀਤੀ ਹੈ ਮੈਂ 2020 ਦੇ ਵਿੱਚ, ਉਸ ਤੋਂ ਬਾਅਦ ਮੈਂ ਮਾਈਲਸ ਕੀਤੀ ਹੈ 6.5 ਨਾਟ ਲੈਸ ਦੈਨ 5.5 ਸਕੋਰ ਹੈ ਮੈਮ ਮੇਰਾ। ਠੀਕ ਹੈ, ਆਸਟ੍ਰੇਲੀਆ ਦੇ ਲਈ ਪੁੱਛਣਾ ਸੀ ਮੈਮ। ਜੀ ਆਸਟ੍ਰੇਲੀਆ ਲਈ ਅਪਲਾਈ ਕਰਨਾ ਚਾਹ ਰਹੇ ਬਿਲਕੁਲ ਮਨਵੀਰ, ਵਿਦ ਸਪਾਊਸ ਜਾਣਾ ਚਾਹੁੰਦੇ ਜਾਂ ਸਿੰਗਲ ਹੋ ਤੁਸੀਂ? ਸਿੰਗਲ ਹੈ ਸਰ। ਓਕੇ ਗ੍ਰੇਟ, ਲੋਕੇਸ਼ਨ ਪ੍ਰੈਫਰੈਂਸ ਤਾਂ ਨਹੀਂ ਹੈਗੀ ਕੋਈ? ਨਹੀਂ ਨਹੀਂ ਸਰ। ਓਕੇ ਗ੍ਰੇਟ। ਜੀ ਬਿਲਕੁਲ ਮਨਵੀਰ, ਇਸ ਪ੍ਰੋਫਾਈਲ ਦੇ ਨਾਲ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਫਾਈਨੈਂਸ਼ਲੀ ਤੁਹਾਡੀ ਪੋਕਟ ਲੋ ਕਰਦੀ ਹੈ, ਕੋਈ ਦਿੱਕਤ ਨਹੀਂ ਹੈਗੀ ਬਜਟ ਨੂੰ ਲੈ ਕੇ, ਤੇ ਤੁਸੀਂ ਅੱਛੇ ਪੀਜੀ ਕੋਰਸ ਨੂੰ, ਮਾਸਟਰ ਨੂੰ ਯੂਨੀਵਰਸਿਟੀ ਦੇ ਵਿੱਚ ਵੀ ਕੰਪਲੀਟ ਕਰ ਸਕਦੇ ਹੋ। ਇਹਦੇ ਨਾਲ ਜੇ ਤੁਸੀਂ ਚਾਹੁੰਦੇ ਹੋ ਕਿ ਯਾਰ ਮੈਂ ਜਸਟ ਇੱਕ ਡਿਪਲੋਮਾ ਪ੍ਰੋਗਰਾਮ ਕਰਨਾ ਹੈ ਅੱਛੇ ਕ੍ਰਾਈਕੋਸ ਪ੍ਰੋਗਰਾਮ ਵਾਲਾ, ਤੇ ਉਹਦੇ ਲਈ ਤੁਹਾਨੂੰ ਕਾਲਜਿਸ ਆਪਸ਼ਨਸ ਵੀ ਅਵੇਲੇਬਲ ਹੈਗੇ ਆ। ਹੁਣ ਜਿਵੇਂ ਇਹਨਾਂ ਦੀ ਗ੍ਰੈਜੂਏਸ਼ਨ ਹੈ 2020 ਤੋਂ ਬਾਅਦ, ਹੁਣ ਜੇ ਤਾਂ ਆਪਾਂ ਇਹਦੇ ਵਿੱਚ ਯੂਨੀਵਰਸਿਟੀ ਚੂਜ਼ ਕਰਾਂਗੇ ਤੇ ਮੇਕ ਸ਼ੋਰ ਜਦੋਂ ਆਸਟ੍ਰੇਲੀਆ ਦੀ ਵੀਜ਼ਾ ਦਾ ਨਾਮ ਆਉਂਦਾ ਤੇ ਮੇਰੇ ਦਿਮਾਗ ਤੇ ਇੱਕੋ ਪੁਆਇੰਟ ਹੁੰਦਾ ਹੈ
क्या ये बच्चे ਦਾ ਜੋ ਫੈਮਿਲੀ ਬੈਕਗ੍ਰਾਉਂਡ ਹੈਗਾ क्या ਉਹ GT ਨੂੰ ਕਲੀਅਰ ਕਰ ਪਾਊਗਾ ਕਿਉਂ ਜਿਹੜਾ ਜੈਨੂਇਨ ਟੈਂਪਰੇਰੀ ਐਂਟਰੈਂਟ ਹੈਗਾ ਉਹਦੇ ਵਿੱਚ ਤੁਹਾਡੇ ਮੇਜਰ ਦੇਖੇ ਜਾਂਦੇ ਆ ਫਾਈਨੈਂਸ਼ੀਅਲਸ ਕਿ ਤੁਹਾਡੇ ਜਿਹੜੇ ਸੋਰਸ ਆਫ ਇਨਕਮ ਹੈ ਰੀਜ਼ਨ ਆਫ ਯੂਰ ਮਨੀ ਉਹ ਕਿੰਨਾ ਕੁ ਸੋਲਿਡ ਹੈ ਸੋ ਜੇ ਤੁਸੀਂ ਇਹਦੇ ਤੇ GT ਕਲੀਅਰ ਕਰ ਲੈਂਦੇ ਹੋ ਤੇ ਬੜੇ ਆਰਾਮ ਨਾਲ ਤੁਸੀਂ UK ਦੇ ਵਿੱਚ 2022 ਦਾ ਕਹਿ ਲਓ ਜੂਨ ਇਨਟੇਕ ਮਈ ਇਨਟੇਕ ਅਪ੍ਰੈਲ ਇਨਟੇਕ ਵਿੱਚ ਆਰਾਮ ਨਾਲ ਜਾ ਸਕਦੇ ਹੋ ਜੀ ਬਿਲਕੁਲ ਤੇ ਜੋ ਮੈਂ ਗੱਲ ਕਰ ਰਹੀ ਸੀ ਕਿ UK ਨੂੰ ਬੜਾ ਈਜ਼ੀ ਆਪਸ਼ਨ ਮੰਨਿਆ ਜਾਂਦਾ ਤੇ ਮੈਂ ਇੱਥੇ ਜ਼ਰੂਰ ਜਾਣਨਾ ਚਾਹੂੰਗੀ ਕਿਉਂਕਿ UK ਅਗਰ ਸਟੱਡੀ ਵੀਜ਼ਾ ਤੇ ਗਿਆ ਪੜ੍ਹਾਈ ਤਾਂ ਉੱਥੇ ਵੀ ਕਰਨੀ ਪਏਗੀ ਹੈ ਨਾ ਤਾਂ ਇਹਦੇ ਲਈ ਆਪਾਂ ਕਿਹੜੀ ਚੀਜ਼ਾਂ ਨੂੰ ਸਟੂਡੈਂਟਸ ਨੂੰ ਗਾਈਡ ਕਰਨਾ ਬਹੁਤ ਜ਼ਰੂਰੀ ਹੈ ਕਿ UK ਨੂੰ ਵੀ ਇਹ ਨਾ ਈਜ਼ੀ ਨਹੀਂ ਲੈਣਾ ਚਾਹੀਦਾ ਮੈਂ UK ਨੂੰ ਥੋੜਾ ਸਟੋਪਿੰਗ ਨੂੰ ਲੈਂਥੀ ਖਿੱਚਦਾ ਬਿਕੋਜ਼ ਇਹ ਦੱਸਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਦੇਖੋ UK ਨਾ ਬਾਈ ਦਾ ਫਸਟ ਡੇ ਹੀ ਕਹਿ ਲੋ ਕਿ ਰੈਂਡਮਲੀ ਡੇ ਬਾਈ ਡੇ ਚੇਂਜ ਹੁੰਦਾ ਹੋ ਸਕਦਾ ਜਿਵੇਂ ਆਪਾਂ UK 2018 ਚ ਵਾਪਿਸ ਆਇਆ ਸੀ ਉਸ ਟਾਈਮ ਜੀ ਚਲੋ ਜੀ ਵਿਦਆਊਟ ਆਇਲਟਸ ਵੀ ਐਡਮਿਸ਼ਨਸ ਦੇ ਰਿਹਾ ਸੀ ਫਿਰ ਆ ਗਿਆ ਜੀ ਨਹੀਂ ਜੀ ਪੰਜਾਬ ਬੋਰਡ ਵਾਲਿਆਂ ਦੀ 70 ਚਾਹੀਦੀ ਹੈ ਹਰਿਆਣਾ ਬੋਰਡ ਵਾਲੇ 80 ਚਾਹੀਦੇ ਆ ਫਿਰ ਥੋੜੀ ਦੇਰ ਬਾਅਦ ਨੋਟੀਫਿਕੇਸ਼ਨ ਆ ਗਈ ਨਹੀਂ ਜੀ ਹਰਿਆਣਾ ਬੋਰਡ ਵਾਲੇ ਤਾਂ ਉਹਨਾਂ ਨੇ ਬੰਦ ਕਰ ਦਿੱਤੇ ਆ ਆਇਲਟਸ ਮਸਟ ਕਰਤੀ ਹੈ ਹੁਣ ਡੇਟ ਆ ਗਈ ਹੈ ਜੀ ਵਿਦਆਊਟ ਆਇਲਟਸ ਤਾਂ ਹੋਣਾ ਨਹੀਂ ਤੁਸੀਂ UK VI ਕਰੋ ਜੀ ਫਿਰ ਤੁਹਾਨੂੰ ਐਡਮਿਸ਼ਨ ਮਿਲੇਗੀ ਸੋ ਦੇਖੋ ਇਹਦੇ ਵਿੱਚ ਨਾ ਕੋਈ ਏਜੰਟ ਦੀ ਗਲਤੀ ਹੈ ਨਾ ਕੋਈ ਤੁਹਾਡੀ ਗਲਤੀ ਹੈ ਸਾਡੀ ਇਹ ਹਿਊਮਨ ਨੇਚਰ ਆ ਆਪਾਂ ਇੱਕ ਦੀਆਂ ਦੋ ਦੀਆਂ ਚਾਰ ਬਣਾਉਂਦੇ ਆ ਪਰ ਬਟ ਜੋ ਵੀ ਐਲੀਜੀਬਿਲਟੀ ਹੈ ਕਹਿ ਲੋ ਕਿ ਜਿਹਦੀ ਮਨਮਾਈ ਚੱਲਣੀ ਹੈ ਜਿਹਦਾ ਤਾਨਾਸ਼ਾਹ ਚੱਲਣਾ ਹੈ ਉਹ ਚੱਲਣਾ ਜੀ ਯੂਨੀਵਰਸਿਟੀ ਦਾ ਉਹ ਯੂਨੀਵਰਸਿਟੀ ਦੇ ਪ੍ਰੋਸੈਸ ਨੂੰ ਤੁਸੀਂ ਉਹਨਾਂ ਦੇ ਆਨਲਾਈਨ ਵੈਬਸਾਈਟ ਦੇ ਉੱਤੇ ਵੀ ਚੈੱਕ ਕਰ ਸਕਦੇ ਹੋ ਕਿ ਕਿਤੇ ਤੁਹਾਨੂੰ ਏਜੰਟ ਗੁੰਮਰਾਹ ਤਾਂ ਨਹੀਂ ਕਰ ਰਿਹਾ ਕਿਤੇ ਨਜਾਇਜ਼ ਤਾਂ ਨਹੀਂ ਤੁਹਾਡੇ ਤੋਂ ਡਿਪੋਜ਼ਿਟ ਕਰਵਾਈ ਜਾ ਰਿਹਾ ਹੁਣ ਕੰਸਰਨ ਕੀ ਹੈ ਹੁਣ ਯੂਨੀਵਰਸਿਟੀ ਦਾ ਜੇ ਤੁਹਾਨੂੰ ਪ੍ਰੋਪਰ ਪ੍ਰੋਸੈਸ ਦੱਸਣਾ ਟਾਇਰ 4 ਦਾ ਕੀ ਹੁੰਦਾ ਹੈ ਬੱਚੇ ਦੀ ਪਹਿਲੇ ਐਡਮਿਸ਼ਨ ਜਾਂਦੀ ਹੈ ਐਡਮਿਸ਼ਨ ਬੱਚਾ ਏਜੰਟ ਇਦਾਂ ਦੀ ਭੇਜੇ ਕਿ ਟਿਲ ਜੇ ਉਹਦੇ ਬੱਚੇ ਦਾ 2 ਸਾਲ ਦਾ ਵੀ ਗੈਪ ਉਹਦੀ ਪ੍ਰੋਪਰਲੀ ਜਸਟੀਫਿਕੇਸ਼ਨ ਹੋਵੇ LOR ਹੋਵੇ MOI ਹੋਵੇ ਹੁਣ ਐਕਚੁਅਲੀ ਬੱਚਾ ਕੀ ਕਰਦਾ ਐਡਮਿਸ਼ਨ ਦੇ ਜਾਂਦਾ ਉਹਦੀ ਗੈਪ ਦੀ ਜਸਟੀਫਿਕੇਸ਼ਨ ਹੁੰਦੀ ਉਸ ਏਜੰਟ ਨੇ ਉਹਨੂੰ ਇਨਰੋਲ ਕਰ ਲਿਆ 10 ਦਿਨ ਬਾਅਦ ਕਹੂਗਾ ਨਹੀਂ ਬਾਈ ਜੀ ਪਹਿਲੇ ਗੈਪ ਦਿਓ ਫਿਰ ਕਹੂਗਾ ਜੀ LOR ਦਿਓ ਫਿਰ ਕਹੂਗਾ ਜੀ MOI ਦਿਓ ਉਨੀ ਦੇਰ ਨੂੰ ਬੱਚਾ ਇੰਪੇਸ਼ੈਂਸ ਹੋ ਜਾਂਦਾ ਕਿ ਯਾਰ 15 ਦਿਨ ਹੋ ਗਿਆ ਹਜੇ ਤੱਕ ਮੇਰੇ ਪੇਪਰ ਵਰਕ ਹੀ ਨਹੀਂ ਕੰਪਲੀਟ ਹੋਏ ਤੇ ਸੋ ਬਾਏ ਦਾ ਫਸਟ ਡੇ ਹੀ ਜੇ ਆਪਾਂ ਉਹਦੀ ਪ੍ਰੋਪਰ ਪੇਪਰ ਵਰਕ ਭੇਜਾਂਗੇ ਤੇ ਫਾਸਟ ਟਰੈਕ ਤੇ ਤੁਹਾਡਾ ਆਫਰ ਵੀ ਆਊਗਾ ਜੋ ਸਾਡੇ ਲਈ ਹਵਾ ਬਣਿਆ ਹੋਇਆ ਕਿ ਯਾਰ ਯੂਨੀਵਰਸਿਟੀ ਦਾ ਆਫਰ ਲੈਟਰ ਹੀ ਮਹੀਨਾ ਲੱਗ ਜਾਂਦਾ ਆਂਦੇ ਚਲੋ ਪਹਿਲੇ ਕੋਲ ਲੈਣੇ ਅਸੀਂ ਜੀ ਬਿਲਕੁਲ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਗੱਲ ਕਰ ਰਹੀ ਹਾਂ ਹਾਂਜੀ ਕੀ ਸਵਾਲ ਹੈ ਮੈਂ ਫਿਰੋਜ਼ਪੁਰ ਤੋਂ ਗੱਲ ਕਰ ਰਹੀ ਮੈਂ ਐਕਚੁਅਲੀ ਸਰ ਨੂੰ ਇਹ ਪੁੱਛਣਾ ਸੀ ਮੈਂ ਟੂਰਿਸਟ ਵੀਜ਼ਾ ਲਈ ਪੁੱਛਣਾ ਸੀ ਆਸਟ੍ਰੇਲੀਆ ਦੇ ਲਈ ਨਾ ਓਕੇ ਠੀਕ ਹੈ ਉੱਥੇ ਹੈ ਔਰ ਮੰਮੀ ਜੀ ਨੂੰ ਭੇਜਣਾ ਸੀਗਾ ਜਿਵੇਂ ਹੁਣ ਕੋਈ ਹੈਗਾ ਇਸ ਟਾਈਮ ਤੇ ਕੋਈ ਅਪਡੇਟ ਕੀ ਲੱਗ ਸਕਦਾ ਵੀਜ਼ਾ ਉਹਨਾਂ ਦਾ ਹੁਣ ਜੀ ਬਿਲਕੁਲ ਮਨਪ੍ਰੀਤ ਤੁਸੀਂ ਇਸ ਟਾਈਮ ਆਸਟ੍ਰੇਲੀਅਨ ਦੇ ਵੀਜ਼ੇ ਨੂੰ ਅਪਰੋਚ ਕਰ ਸਕਦੇ ਹੋ ਤੁਹਾਡੇ ਮਦਰ ਜੀ ਪਰ ਲੇਕਿਨ ਕੰਸਰਨ ਕੀ ਹੈਗੇ ਜਿਵੇਂ ਤੁਸੀਂ ਦੱਸ ਰਹੇ ਹੋ ਤੁਹਾਡੀ ਸਿਸਟਰ ਉਧਰ ਹੈ ਇਹ ਟੂਰਿਸਟ ਵੀਜ਼ਾ ਨਹੀਂ ਹੋਊਗਾ ਇਹ ਹੋਊਗਾ ਵਿਜ਼ਟਰ ਵੀਜ਼ਾ ਐਕਚੁਅਲੀ ਇੱਕ ਤਾਂ ਬੜਾ ਵੱਡਾ ਆਪਣਾ ਕੁਐਸਚਨ ਮਾਰਕ ਹੈਗਾ ਸਾਡੇ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਟੂਰਿਸਟ ਔਰ ਵਿਜ਼ਟਰ ਦੇ ਵਿੱਚ ਫਰਕ ਕੀ ਹੈ ਹੁਣ ਜਿਵੇਂ ਕਹਿ ਲਓ ਕਿ ਮੈਂ ਮੋਹਾਲੀ ਤੋਂ ਆ ਤੇ ਮੈਂ ਪੂਰਾ ਅੰਮ੍ਰਿਤਸਰ ਘੁੰਮਣ ਜਾਣਾ ਹੈ ਦੈਟਸ ਅ ਟੂਰਿਸਟ ਵੀਜ਼ਾ ਬਿਲਕੁਲ ਠੀਕ ਹੈ ਮੈਂ ਮੋਹਾਲੀ ਤੋਂ ਅੰਮ੍ਰਿਤਸਰ ਪਾਰਟਿਕੂਲਰ ਕਿਸੇ ਬੰਦੇ ਨੂੰ ਮਿਲਣ ਜਾਣਾ ਹੈ ਦੈਟਸ ਅ ਵਿਜ਼ਟਰ ਵੀਜ਼ਾ ਹੁਣ ਇਹਦੇ ਵਿੱਚ ਵਿਜ਼ਟਰ ਔਰ ਟੂਰਿਸਟ ਦੇ ਵਿੱਚ ਇਹ ਫਰਕ ਹੈ ਹੁਣ ਗੱਲ ਕਰੀਏ ਕਿ ਜਿਵੇਂ ਤੁਹਾਡੀ ਸਿਸਟਰ ਉੱਥੇ ਹੈਗੇ ਆ ਵੀ ਡੋਂਟ ਨੋ ਕਿ ਸ਼ੀ ਇਜ਼ ਅ PR ਜਾਂ ਉੱਥੇ ਵਰਕ ਪਰਮਿਟ ਤੇ ਜਾਂ ਸਟੱਡੀ ਪਰਮਿਟ ਤੇ ਆ ਜੋ ਵੀ ਹੈਗੇ ਪਾਰਟਿਕੂਲਰ ਇਨਵੀਟੇਸ਼ਨ ਭੇਜਣ ਇਹਨਾਂ ਨੂੰ ਪ੍ਰੋਪਰਲੀ ਟਾਈਮ ਪੀਰੀਅਡ ਦੇ ਸਲੋਟ ਦੇ ਅਕੋਰਡਿੰਗ ਪਲੱਸ ਇੱਕ ਵੈਕੈਂਟ ਰੂਮ ਦੱਸਣ ਕਿ ਇਹਦੇ ਕੋਈ ਇੱਕ ਐਮਟੀ ਸਪੇਸ ਹੈਗੀ ਕਿ ਕੱਲ ਨੂੰ ਤੁਹਾਡੇ ਮਦਰ ਉੱਥੇ ਆਉਂਦੇ ਆ ਤੇ ਉਹਨਾਂ ਨੂੰ ਉੱਥੇ ਸਟੇ ਕਰ ਸਕਦੇ ਆ ਇੰਸ਼ੋਰੈਂਸ ਵਗੈਰਾ ਕਰਾਉਣ ਡੈਫੀਨੇਟਲੀ ਜਿਵੇਂ ਦੀ ਮਦਰ ਹੈਗੀ ਬਾਈ ਡਿਫਾਲਟ ਦਾ ਮਤਲਬ ਏਜ ਫੈਕਟਰ ਉਹਦਾ 45 ਪਲੱਸ ਹੀ ਹੋਊਗਾ ਸੋ ਇਹਦੇ ਨਾਲ ਤੁਸੀਂ ਆਰਾਮ ਨਾਲ ਉਹਨਾਂ ਦਾ ਵੀਜ਼ਾ ਅਪਰੋਚ ਕਰ ਸਕਦੇ ਹੋ ਜੀ ਬਿਲਕੁਲ ਤੇ ਬਾਕੀ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ ਕੋਈ ਸਵਾਲ ਹੋਵੇ ਮਨ ਦੇ ਵਿੱਚ ਤਾਂ ਜ਼ਰੂਰ ਲਗਾਤਾਰ ਜੋ ਨੰਬਰ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ ਇਸ ਦੇ ਉੱਪਰ ਕਾਲ ਕਰ ਸਕਦੇ ਹੋ ਕਈ ਵਾਰੀ ਕੁਝ ਸਟੂਡੈਂਟਸ ਜੋ ਸਾਨੂੰ ਬਾਅਦ ਚ ਕਹਿੰਦੇ ਨੇ ਕਿ ਅਸੀਂ ਸ਼ੋਅ ਦੇ ਦੌਰਾਨ ਆਪਣੀ ਪ੍ਰੋਫਾਈਲ ਡਿਸਕਸ ਨਹੀਂ ਕਰਨਾ ਚਾਹੁੰਦੇ ਉਹਨਾਂ ਦਾ ਵੀ ਮੋਸਟ ਵੈਲਕਮ ਹੈ ਤੁਸੀਂ ਸ਼ੋਅ ਤੋਂ ਬਾਅਦ ਵੀ ਸੇਮ ਨੰਬਰਸ ਉੱਪਰ ਕਾਲ ਕਰ ਸਕਦੇ ਹੋ ਔਰ ਵਿਜ਼ਿਟ ਕਰਨਾ ਚਾਹੋ ਤਾਂ SAS ਮੋਹਾਲੀ ਦਾ ਆਫਿਸ ਜੋ ਹੈ ਸੈਕਟਰ 3B2 ਮੋਹਾਲੀ ਵਿੱਚ ਹੈ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਕਰੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਮ ਸਾਰਿਕਾ ਗੱਲ ਕਰ ਰਹੀ ਹਾਂ ਹਾਂਜੀ ਕੀ ਸਵਾਲ ਹੈ ਤੁਹਾਡਾ ਮੈਮ ਮੈਂ ਆਸਟ੍ਰੇਲੀਆ ਲਈ ਪੁੱਛਣਾ ਸੀਗਾ ਮੈਂ ਨਾ ਆਸਟ੍ਰੇਲੀਆ ਤੇ ਕੋਈ ਰਿਫਿਊਜ਼ਡ ਹਾਂ ਓਕੇ ਕਿਹੜੇ ਈਅਰ ਵਿੱਚ ਰਿਫਿਊਜ਼ ਹੋ ਕੀ ਕੀਤਾ ਹੋਇਆ ਤੁਸੀਂ ਮੈਮ 2018 ਦੀ ਰਿਫਿਊਜ਼ਡ ਹਾਂ ਓਕੇ ਕੀ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ ਮੈਮ ਗ੍ਰੈਜੂਏਸ਼ਨ ਕੀਤੀ ਹੋਈ ਹੈ ਠੀਕ ਹੈ ਤੇ ਰਿਫਿਊਜ਼ਲ ਤੋਂ ਬਾਅਦ ਤੁਸੀਂ ਕੁਝ ਹੋਰ ਕੀਤਾ ਆਪਣੀ ਸਟੱਡੀ ਵਿੱਚ ਕੁਝ ਮੈਮ ਗ੍ਰੈਜੂਏਸ਼ਨ ਹੀ ਕੀਤੀ ਹੈ ਓਕੇ ਪਲੱਸ 2 ਦੇ ਬਾਅਦ ਤੇ ਲਾਈ ਸੀ ਨਾ ਫਾਈਲ ਓਕੇ ਠੀਕ ਹੈ ਆਇਲਸ ਕਲੀਅਰ ਕੀਤਾ ਹੋਇਆ ਹਾਂਜੀ ਮੈਮ ਓਵਰਆਲ 6 ਹੈ ਠੀਕ ਹੈ ਹਾਂਜੀ
ਬਿਲਕੁਲ ਸਾਰਿਕਾ, ਤੁਸੀਂ ਇਸ ਪ੍ਰੋਫਾਈਲ ਨਾਲ ਆਸਟ੍ਰੇਲੀਆ ਰੀਅਪਲਾਈ ਕਰ ਸਕਦੇ ਹੋ। ਇੱਕ ਮੈਂ ਬਹੁਤ ਵਾਰ ਚੀਜ਼ ਸੁਣੀ ਹੈ, ਵੇਖਣ 'ਚ ਅਬਜ਼ਰਵ ਕੀਤੀ ਹੈ ਕਿ ਲੋਕ ਕਹਿੰਦੇ ਯਾਰ ਸਾਡੇ ਬੱਚੇ ਡਰਦੇ ਯਾਰ ਜਦੋਂ ਇੱਕ ਵਾਰੀ ਅਸੀਂ ਆਸਟ੍ਰੇਲੀਆ ਰਿਫਿਊਜ਼ ਹੋ ਗਏ ਹਾਂ ਤੇ ਦੁਬਾਰਾ ਰੀਅਪਲਾਈ ਨਹੀਂ ਕਰ ਸਕਦੇ। ਯਾਰ ਦੇਖੋ, ਇੱਕ ਚੀਜ਼ ਨੂੰ ਸਮਝੋ, ਤੁਸੀਂ ਰਿਫਿਊਜ਼ ਹੋਏ, ਰਿਫਿਊਜ਼ ਦਾ ਮੀਨਿੰਗ ਕੀ ਹੈ ਕਿ ਤੁਹਾਡੀ ਫਾਈਲ ਦੀ ਰਿਪਰੈਜ਼ੈਂਟੇਸ਼ਨ ਵੀਜ਼ਾ ਆਫੀਸਰ ਨੂੰ ਪਸੰਦ ਨਹੀਂ ਆਈ, ਜੋ ਤੁਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਉਹ ਦੈਟਸ ਕਲੀਅਰ ਨਹੀਂ ਹੋਈ, ਪਰ ਬਟ ਐਟ ਦ ਐਂਡ ਇਹ ਨਹੀਂ ਕਹੇਗਾ ਕਿ ਸਾਡਾ ਆਸਟ੍ਰੇਲੀਆ ਦਾ ਦਰਵਾਜ਼ਾ ਹੀ ਬੰਦ ਹੋ ਗਿਆ। ਜੇ ਤੁਸੀਂ ਆਪਣਾ ਰਿਫਿਊਜ਼ਲ ਲੈਟਰ ਪੜੋ, ਲਾਸਟ ਦੇ ਵਿੱਚ ਉਹਦੀ ਲਾਈਨ ਲਿਖੀ ਹੁੰਦੀ ਹੈ ਕਿ ਥੈਂਕਸ ਫॉर ਦਾ ਇੰਟਰਸਟ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਰਿਵਿਊ ਜੋ ਤੁਹਾਨੂੰ ਡਿਸੀਜਨ ਦਿੱਤਾ ਉਹ ਗਲਤ ਹੈਗਾ, ਯੂ ਆਰ ਦਾ ਵੈਲਕਮ ਫॉर ਦਾ ਰੀਅਪਲਾਈ। ਤੁਸੀਂ ਰੀਅਪਲਾਈ ਕਰ ਸਕਦੇ ਹੋ, ਉਸ ਐਡਮਿਨਿਸਟ੍ਰੇਟਿਵ ਰਿਵਿਊ ਨੂੰ ਰੀਅਪੀਲ ਕਰ ਸਕਦੇ ਹੋ। ਹੁਣ ਇਹਦੇ ਲਈ ਸਾਰਿਕਾ, ਤੁਹਾਡਾ ਜੇ ਤੁਸੀਂ ਹੁਣ ਗ੍ਰੈਜੂਏਸ਼ਨ ਕਰ ਦਿੱਤੀ ਹੈ, ਤੁਹਾਡੀ ਪ੍ਰੋਫਾਈਲ ਦੇ ਵਿੱਚ ਅਪਗ੍ਰੇਡਿੰਗ ਹੋ ਗਈ ਹੈ, ਇਹਦੇ ਲਈ ਸਭ ਤੋਂ ਪਹਿਲੇ ਤਾਂ ਮੈਨੂੰ ਤੁਹਾਡਾ ਪਹਿਲਾ ਰਿਫਿਊਜ਼ਲ ਲੈਟਰ ਚਾਹੀਦਾ ਹੋਊਗਾ ਕਿ ਉਸ ਟਾਈਮ ਹਾਈ ਕਮਿਸ਼ਨ ਨੇ ਤੁਹਾਡਾ ਕੀ ਡਾਇਰੈਕਟਿਵ ਦਿੱਤਾ ਸੀ, ਕਿਸ ਕਾਰਨਾਂ ਕਰਕੇ ਤੁਹਾਨੂੰ ਰਿਫਿਊਜ਼ ਕੀਤਾ। ਹੁਣ ਨਾਓ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੀ ਅਪਗ੍ਰੇਡਿੰਗ ਹੋਈ ਹੈ, ਕਿਸ ਕੋਡਿੰਗ ਜਸਟੀਫਾਈ ਕਰ ਸਕਦੇ ਆ। ਹੁਣ ਮੇਜਰ ਜਦੋਂ 2018 ਦੇ ਰਿਫਿਊਜ਼ ਹੋਈ ਸੀ ਨਾ, ਤੇ ਉਹ ਦੌਰ ਦੀ ਗੱਲ ਦੱਸਦਾ, ਉਸ ਟਾਈਮ ਆਸਟ੍ਰੇਲੀਆ ਨੇ ਰਿਫਿਊਜ਼ ਹੀ ਫੰਡਸ ਉੱਤੇ ਕੀਤਾ ਸੀ ਕਿ ਪ੍ਰੋਪਰਲੀ ਫੰਡਿੰਗ ਨਹੀਂ ਸੀ। ਹੁਣ ਦੇਖੋ ਨਾ, ਅੱਜ ਦੇ ਟਾਈਮ ਤੇ ਜੇ ਕਹੀਏ ਕਿ ਜੇ 10 ਘਰ ਬਾਹਰ ਜਾ ਰਹੇ ਆਸਟ੍ਰੇਲੀਆ ਤੇ ਸਾਰਿਆਂ ਕੋ 20 ਲੱਖ ਪਿਆ, ਨਹੀਂ, ਇਹ ਚੀਜ਼ ਝੂਠ ਹੈ ਨਾ। ਕਿਸੇ ਕੋ 20 ਲੱਖ ਕੋਈ ਬੱਚੇ ਨੂੰ ਬਾਹਰ ਨਾ ਭੇਜੇ, ਤੇ ਬਹੁਤ ਚੀਜ਼ਾਂ ਹੁੰਦੀਆਂ ਜਸਟੀਫਿਕੇਸ਼ਨ ਦੇ ਨਾਲ, ਰੀਜ਼ਨ ਆਫ ਯੂਰ ਮਨੀ, ਇਨਕਮ ਸੋਰਸਿਸ, ਇਹ ਸਾਨੂੰ ਪ੍ਰੋਪਰਲੀ ਕਲੀਅਰ ਕਰਨੇ ਪੈਂਦੇ ਆ। ਸਾਡੇ ਬੱਚਿਆਂ ਦੇ ਦਿਮਾਗ ਤੇ ਪੁਆਇੰਟ ਆ ਯਾਰ ਕਿ ਇਕੱਲੇ 20 ਲੱਖ ਤੁਹਾਡੇ ਖਾਤੇ 'ਚ ਸ਼ੋਅ ਕਰ ਦਿੱਤਾ ਤੇ ਦੈਟਸ ਮੀਨ ਤੁਸੀਂ ਓਕੇ ਹੋ। ਯਾਰ ਆਪਾਂ 20 ਲੱਖ ਤਾਂ ਸ਼ੋਅ ਕਰ ਦਿੱਤਾ, ਪਰ 20 ਲੱਖ ਆਪਾਂ ਫਰੋਮ ਵੇ ਯੂ ਗੈਟ ਦਾ ਮਨੀ, ਕਿ ਅਸੀਂ ਪੈਸਾ ਲਿਆ ਕਿੱਥੋਂ, ਸੋਰਸਿਸ ਕੀ ਹੈ, ਉਹ ਵੀ ਚੀਜ਼ ਸਾਨੂੰ ਕਲੀਅਰ ਕਰਨੀ ਪੈਂਦੀ ਹੈ। ਜੀ ਬਿਲਕੁਲ। ਸੋ ਇਸੇ ਲਈ ਅਸੀਂ ਕਹਿੰਦੇ ਹਾਂ ਕਿ ਇੱਕ ਚੰਗੇ ਕੰਸਲਟੈਂਟ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਇੱਕ ਪੁਆਇੰਟ ਦੇ ਉੱਪਰ ਖਾਸ ਨਜ਼ਰ ਰੱਖਦੇ ਹੋਏ ਕੰਮ ਕਰਨਾ ਚਾਹੀਦਾ, ਕਿਉਂਕਿ ਇੱਕ ਵੀ ਪੁਆਇੰਟ ਤੇ ਅਗਰ ਗਲਤੀ ਹੋ ਜਾਂਦੀ ਹੈ ਤਾਂ ਤੁਹਾਡੀ ਪ੍ਰੋਫਾਈਲ ਖਰਾਬ ਹੋ ਜਾਂਦੀ ਹੈ, ਫਿਰ ਦੁਬਾਰਾ ਜਦੋਂ ਰਿਪਰੈਜ਼ੈਂਟ ਕਰਨਾ ਹੁੰਦਾ ਉਹਨਾਂ ਚੀਜ਼ਾਂ ਨੂੰ ਸਹੀ ਕਰਨ ਵਿੱਚ ਵੀ ਬਹੁਤ ਜ਼ਿਆਦਾ ਜੋ ਹੈ ਮੁਸ਼ੱਕਤ ਲੱਗ ਜਾਂਦੀ ਹੈ। ਤੁਹਾਡੇ ਕੋਲ ਤਾਂ ਕਈ ਜਿਵੇਂ ਸਟੂਡੈਂਟਸ ਹੋਰ ਵੀ ਆਉਂਦੇ ਹੋਣੇ ਰਿਫਿਊਜ਼ਲ ਕੇਸਿਸ, ਕਿਹੜੇ ਰੀਜ਼ਨਸ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਦੇਖਣ ਨੂੰ ਮਿਲਦੇ ਨੇ ਰਿਫਿਊਜ਼ਲਸ ਦੇ? ਦੇਖੋ, ਕਾਮਨਲੀ ਜੇ ਗੱਲ ਕਰੀਏ ਕਿ ਜਦੋਂ ਵੀ ਰਿਫਿਊਜ਼ਲ ਜਾਂਦੀ ਹੈ, ਦੋ ਹੀ ਧਿਰਾਂ ਦੀ ਗਲਤੀ ਨਿਕਲਦੀ ਹੈ, ਜਾਂ ਤਾਂ ਏਜੰਟ ਦੀ ਤੇ ਜਾਂ ਬੱਚੇ ਦੀ। ਹੁਣ ਜਿਹੜੀ ਏਜੰਟ ਦੀ ਗਲਤੀ ਹੁੰਦੀ ਹੈ ਉਹ ਕਿੱਥੇ ਨਿਕਲਦੀ ਹੈ ਕਿ ਏਜੰਟ ਨੇ ਉਹ ਜਿਹੜੀ ਫਾਈਲ ਦੀ ਰਿਪਰੈਜ਼ੈਂਟੇਸ਼ਨ ਹੈ ਜਾਂ ਪੇਪਰ ਵਰਕ ਹੈਗਾ ਹਾਈ ਕਮਿਸ਼ਨ ਤੱਕ ਨਹੀਂ ਪੂਰਾ ਕਹ ਲਓ ਕਿ ਇੱਕ ਅੱਛੇ ਵੇ ਦੇ ਨਾਲ ਪਰਪਸ ਆਫ ਵਿਜ਼ਿਟਿੰਗ ਨੂੰ ਰਿਪਰੈਜ਼ੈਂਟ ਨਹੀਂ ਕੀਤਾ। ਪਰ ਬਟ ਜੇ ਗੱਲ ਕਰੀਏ ਸਟੂਡੈਂਟ ਦੀ ਗਲਤੀ ਉਹੀ ਕਿ ਨਹੀਂ ਯਾਰ ਮੈਨੂੰ ਕੋਰਸ ਹੀ ਇਹ ਚਾਹੀਦਾ, ਨਹੀਂ ਯਾਰ ਮੈਨੂੰ ਲੋਕੇਸ਼ਨ ਹੀ ਚਾਹੀਦੀ ਹੈ, ਨਹੀਂ ਯਾਰ ਮੈਨੂੰ ਇੰਨਾ ਹੀ ਬਜਟ ਚਾਹੀਦਾ। ਦੇਖੋ, ਅਸੀਂ ਮੈਂ ਬਾਰ-ਬਾਰ ਕਹਿਣਾ ਕਿ ਅਸੀਂ ਕਹੀਏ ਕਿ ਸਾਡੇ ਅਕੋਰਡਿੰਗ ਕੰਟਰੀ ਕੰਪਰੋਮਾਈਜ਼ ਕਰੂਗੀ, ਨੈਵਰ। ਸਾਨੂੰ ਕੰਟਰੀ ਦੇ ਅਕੋਰਡਿੰਗ, ਕਾਲਜ ਦੇ ਅਕੋਰਡਿੰਗ, ਕੋਰਸ ਦੇ ਅਕੋਰਡਿੰਗ ਖੁਦ ਕੰਪਰੋਮਾਈਜ਼ ਕਰਨੇ ਪੈਣਾ। ਬਿਲਕੁਲ ਸਹੀ ਕਿਹਾ ਤੁਸੀਂ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਰਿੰਕੂ ਗੱਲ ਕਰ ਰਿਹਾ ਜੀ, ਜਲੰਧਰ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੈਂ ਆਪਣਾ ਯੂਕੇ ਸਟੱਡੀ ਵੀਜ਼ਾ ਬਾਰੇ ਸਰ ਤੋਂ ਗੱਲ ਕਰਨਾ ਚਾਹੁੰਦਾ ਜੀ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਸਰ ਮੈਂ +2 ਕਰੀ ਹੋਈ ਹੈ ਜੀ 2018 ਚ। ਓਕੇ, ਉਸ ਤੋਂ ਬਾਅਦ ਫਾਰਮਿੰਗ ਦਾ ਐਕਸਪੀਰੀਅੰਸ ਹੈ, ਜੇ ਫਾਰਮ ਮੇਰੇ ਨਾਂ ਤੇ ਆਪਣੇ ਹੈ। ਓਕੇ, ਠੀਕ ਹੈ। ਆਇਲਸ ਕਲੀਅਰ ਕੀਤਾ ਹੈ? ਉਹਦੇ ਬਿਹਾਫ ਤੇ ਆਈਟੀਆਰ ਵੀ ਆਇਲਸ ਕਰੀ ਹੋਈ ਹੈ ਮੈਡਮ। ਕਿੰਨਾ ਸਕੋਰ ਹੈ? ਓਵਰਆਲ 6 ਚ 5.5 ਹੈ। ਠੀਕ ਹੈ, ਤੇ ਹੁਣ ਤੁਸੀਂ ਯੂਕੇ ਅਪਲਾਈ ਕਰਨਾ ਚਾਹ ਰਹੇ ਹੋ? ਯੂਕੇ ਜਾ ਸਕਦਾ ਸਰ ਮੈਂ ਯੂਕੇ? हाँ जी बिल्कुल रिंकू जी, बहुत ਮੈਨੂੰ ਇੱਕ ਤੁਹਾਡੀ ਪ੍ਰੋਫਾਈਲ ਬੜੀ ਅਮੇਜ਼ਿੰਗ ਜੀ ਲੱਗੀ ਹੈ ਕਿ ਬੱਚੇ ਨੇ +2 18 ਚ ਕੀਤੀ, ਉਸ ਤੋਂ ਬਾਅਦ ਖੇਤੀਬਾੜੀ ਦਾ ਕੰਮ ਕਰ ਰਿਹਾ ਔਰ ਖੇਤੀਬਾੜੀ ਦੇ ਨਾਲ ਕਰਦੇ ਕਰਦੇ ਬੱਚੇ ਦੀ ਇੰਗਲਿਸ਼ ਐਫੀਸ਼ੀਐਂਸੀ ਸਕਿੱਲਸ ਇੰਨੇ ਵਧੀਆ ਹੈ ਕਿ ਓਵਰਆਲ 6 1 ਚੋਂ 5.5 ਹੈ। ਹਾਂ ਜੀ ਬਿਲਕੁਲ ਰਿੰਕੂ ਜੀ, ਤੁਹਾਡੀ ਜਿਹੜੀ ਪ੍ਰੋਫਾਈਲ ਹੈਗੀ ਹੈ ਯੂਕੇ ਲਈ ਐਲੀਜੀਬਲ ਹੈਗੀ ਹੈ, ਪਰ ਬਟ ਜਿਵੇਂ ਤੁਸੀਂ ਦੱਸਿਆ ਕਿ ਜੇ ਫਾਰਮ ਤੁਹਾਡੇ ਨਾਮ ਤੇ ਹੈਗੇ ਆ, ਉਹਦੇ ਲਈ ਪ੍ਰੋਪਰ ਮੈਨੂੰ ਉਹਨਾਂ ਦੀ ਡਿਟੇਲ ਚਾਹੀਦੀ ਹੈ ਕਿ ਕਿਸ ਅਕੋਰਡਿੰਗ ਆਪਾਂ ਤੁਹਾਨੂੰ ਕਿਸੇ ਸਕਿਲਡ ਕੋਰਸ ਦੇ ਵਿੱਚ ਜਾਂ ਕਿਸੇ ਪ੍ਰੋਗਰਾਮ ਦੇ ਵਿੱਚ ਆਪਾਂ ਫਿਟ ਕਰ ਸਕੀਏ। ਹੁਣ ਜਿਵੇਂ ਗੱਲ ਕਰਦੀ ਹੈ ਕਿ ਜੇ ਮੈਂ ਕਹਾਂ ਕਿ +2 ਬਾਅਦ ਇਹਨਾਂ ਦਾ ਸਿੱਧਾ ਵਰਕ ਐਕਸਪੀਰੀਅੰਸ ਦੱਸ ਦਾਂਗੇ ਤੇ ਚਲੋ ਜੀ ਅੰਬੈਸੀ ਵੀਜ਼ਾ ਦੇ ਦੋਗੀ, ਨੈਵਰ। ਅੰਬੈਸੀ ਜਦੋਂ ਵੀ ਤੁਹਾਡੇ ਵਰਕ ਐਕਸਪੀਰੀਅੰਸ ਨੂੰ ਕੰਸੀਡਰ ਕਰੂਗੀ, ਜਦ ਤੱਕ ਆਪਣੇ ਕੋਲ ਡਿਪਲੋਮਾ ਡਿਗਰੀ, ਮੇਰੇ ਕਹਿਣ ਦਾ ਮਕਸਦ ਹੈ ਜਦ ਤੱਕ ਆਪਣੇ ਕੋਲ ਸਪੈਸ਼ਲਾਈਜੇਸ਼ਨ ਨਹੀਂ ਹੈਗੀ ਤਦ ਤੱਕ ਅਸੀਂ ਵਰਕ ਐਕਸਪੀਰੀਅੰਸ ਕੰਪਿਊਟ ਨਹੀਂ ਕਰ ਸਕਦੇ। ਸੋ ਰਿੰਕੂ ਜੀ, ਇਸ ਪ੍ਰੋਫਾਈਲ ਦੇ ਨਾਲ ਤੁਸੀਂ ਯੂਕੇ ਜਾ ਸਕਦੇ ਹੋ, ਜੇ ਤੁਹਾਡੇ ਕੋਲ ਜੇ ਫਾਰਮ ਹੈਗੇ ਆ, ਸੋਰਸ ਆਫ ਇਨਕਮ ਹੈਗੀ ਹੈ। ਹੁਣ ਮੈਨੂੰ ਇਹ ਤੁਹਾਡੀ ਪ੍ਰੋਫਾਈਲ ਦੇ ਵਿੱਚ ਇੱਕ ਕਮੀ ਰਹੇਗੀ ਕਿ ਤੁਹਾਡੇ ਕੋਲ ਫੰਡਸ ਹੈਗੇ ਆ ਪ੍ਰੋਪਰਲੀ ਜਸਟੀਫਾਈਏਬਲ,
ਮਤਲਬ 18 ਤੋਂ 20 ਲੱਖ ਦੇ ਫੰਡ ਤੁਸੀਂ 28 ਦਿਨ ਪੁਰਾਣੇ ਸ਼ੋਅ ਕਰ ਸਕਦੇ ਹੋ। ਬਾਕੀ ਤੁਸੀਂ ਸਾਡੇ ਦਿੱਤੇ ਗਏ ਨੰਬਰ ਉੱਤੇ ਆਪਣੀ ਡਾਕੂਮੈਂਟੇਸ਼ਨ ਸੈਂਡ ਕਰੋ WhatsApp ਦੇ ਰਾਹੀਂ, ਤਾਂ ਜੋ ਤੁਹਾਨੂੰ ਸਾਡਾ ਵੈਲ ਟ੍ਰੇਨਡ ਸਟਾਫ ਹੈਗਾ ਕੱਲ ਤੱਕ ਤੁਹਾਨੂੰ ਪ੍ਰੋਪਰਲੀ ਅਸੈਸ ਕਰਕੇ ਬੈਕ ਕਾਲ ਕਰੂਗਾ। ਜੀ 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 ਬਿਲਕੁਲ। ਤੇ ਬਾਕੀ ਦਰਸ਼ਕਾਂ ਨੂੰ ਵੀ ਕਹਿ ਦਿੰਦੇ ਆ, ਜੇਕਰ ਕਿਉਂਕਿ ਹਰ ਕੋਈ ਕਹਿੰਦਾ ਕਿ ਘੱਟ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਜਾਣਕਾਰੀ ਮਿਲ ਜਾਏ, ਸੋ ਤੁਸੀਂ ਵੀ ਜੋ ਹੈ ਜੋ ਸਕਰੀਨ ਤੇ ਦਿੱਤਾ ਨੰਬਰ ਹੈ WhatsApp ਨੰਬਰ ਦੇ ਉੱਪਰ ਆਪਣੇ ਡਾਕੂਮੈਂਟਸ ਭੇਜ ਸਕਦੇ ਹੋ, ਤਾਂ ਕਿ ਅਸੈਸਮੈਂਟ ਹੋ ਸਕੇ, ਤੁਹਾਨੂੰ ਪਤਾ ਚੱਲ ਸਕੇ ਕਿ ਕਿਹੜੇ ਕੋਰਸ ਕਿਹੜੀ ਜਗ੍ਹਾ ਲਈ ਤੁਸੀਂ ਐਲੀਜੀਬਲ ਹੋ, ਤਾਂ ਕਿ ਜਲਦੀ ਤੋਂ ਜਲਦੀ ਤੁਸੀਂ ਆਪਣੀ ਫਾਈਲ ਜੋ ਹੈ ਪ੍ਰੋਸੈਸ ਕਰਵਾ ਸਕੋ। ਅਗਰ ਇਸੇ ਕੇਸ ਦੀ ਆਪਾਂ ਗੱਲ ਕਰ ਲਈਏ, ਜਿਹੜੇ ਜਿਨ੍ਹਾਂ ਦੀ ਕਾਲ ਆਈ ਸੀ +2 ਕੀਤੀ, ਉਸ ਤੋਂ ਬਾਅਦ ਉਹ ਖੇਤੀਬਾੜੀ ਦਾ ਕੰਮ ਕਰ ਰਹੇ ਨੇ, ਸੋ ਕਈ ਸਾਰੇ ਕੇਸਿਸ ਅਸੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵੇਖਦੇ ਹਾਂ, ਤੇ ਕੀ ਸੁਜੈਸਟ ਕਰਦੇ ਹੋ ਉਹਨਾਂ ਨੂੰ? ਬਿਲਕੁਲ ਦੇਖੋ ਨਾ, ਜਿਵੇਂ ਮੇਰੇ ਕੋਲ ਜਿਵੇਂ ਇਹਨਾਂ ਰਿੰਕੂ ਦੀ ਪ੍ਰੋਫਾਈਲ ਸੀ 50% ਪ੍ਰੋਫਾਈਲ ਜਿਵੇਂ ਆਉਂਦੀਆਂ ਕਿ ਕੀਤਾ ਕੁਝ ਨਹੀਂ, ਆਪਣੀ ਜ਼ਮੀਨ ਆ, ਆਪਾਂ ਉੱਥੇ ਵਾਈ ਕੀਤੀ ਆ। ਹੁਣ ਦੇਖੋ ਵਾਈ ਦਾ ਕੋਈ ਲੈਟਰ ਹੈਡ ਨਹੀਂ ਹੈ, ਕੋਈ ਸੈਲਰੀ ਅਕਾਊਂਟ 'ਚ ਨਹੀਂ ਹੈ, ਉਹ 6 ਮਹੀਨੇ ਪਿੱਛੋਂ ਪੈਸੇ ਆਣੇ ਆ ਜੀ। ਬਿਲਕੁਲ ਅੰਬੈਸੀ ਇਸ ਚੀਜ਼ ਨੂੰ ਮੰਨਦੀ ਹੈ ਕਿ ਜੋ ਤੁਹਾਡਾ ਪ੍ਰੀ ਓਨਡ ਬਿਜ਼ਨਸ ਹੈ, ਜ਼ਰੂਰੀ ਨਹੀਂ ਕਿ ਉਹ ਦੁਕਾਨਦਾਰੀ ਹੈ ਜਾਂ ਕੋਈ ਖੇਤੀਬਾੜੀ ਹੈ ਜਾਂ ਕੋਈ ਆਫਿਸ ਰਨ ਕਰ ਰਿਹਾ, ਸਿਰਫ ਉਹੀ ਹੈ। ਜੇ ਆਪਾਂ ਉਸ ਚੀਜ਼ ਦੀ ਰਿਪਰੈਜ਼ੈਂਟੇਸ਼ਨ ਪ੍ਰੋਪਰ ਹੀ ਵੇ ਨਾ ਦੇਵਾਂਗੇ, ਹੁਣ ਜਿਵੇਂ ਇਹਨਾਂ ਨੇ ਬੜਾ ਵੱਡੀ ਚੀਜ਼ ਕਹੀ ਕਿ ਜੇ ਫਾਰਮ ਮੇਰੇ ਨਾਮ ਤੇ ਹੈ, ਪਰ ਨੋਰਮਲੀ ਪੰਜਾਬ ਦੇ ਵਿੱਚ ਕੀ ਹੁੰਦਾ ਕਿ ਜੇ ਫਾਰਮ ਅੱਜ ਦੇ ਟਾਈਮ ਤੇ ਸਾਡੇ ਦਾਦਾ ਜੀ ਦੇ ਨਾਮ ਹੀ ਹੈ, ਜੇ ਫਾਰਮ ਸਾਡੇ ਸਿਰਫ ਕਹਿ ਲੋ ਜੀ ਮਾਤਾ ਪਿਤਾ ਦੇ ਨਾਮ ਹੀ ਹੈ। ਸੋ ਐਕਚੁਅਲੀ ਕੰਸਰਨ ਕੀ ਹੁੰਦਾ ਹੈ ਕਿ ਇਸ ਚੀਜ਼ ਨੂੰ ਅਸੀਂ ਪ੍ਰੋਪਰਲੀ ਜਸਟੀਫਾਈ ਕਰ ਸਕਦੇ ਹਾਂ, ਪਰ ਲੇਕਿਨ ਉਹਦੇ ਵਿੱਚ ਮੇਨ ਦਿੱਕਤ ਰਹੂਗੀ, ਜਿਵੇਂ ਆਪਣੇ ਨਾ, ਚਲੋ ਮੈਂ ਵਰਡ ਯੂਜ਼ ਕਰਨਾਗਾ, ਆਪਣੇ ਉਧਰ ਨਿਸ਼ਾਨਦੇਹੀਆਂ ਹੁੰਦੀਆਂ ਜਾਂ ਫਰਦਾਂ ਹੁੰਦੀਆਂ, ਉਹ ਫਰਦਾਂ ਦੇ ਬਿਹਾਫ ਤੇ ਵੀ ਰਿਲੇਸ਼ਨ ਸ਼ੋ ਹੋ ਜਾਂਦਾ ਹੈ। ਕੁਝ ਕੁ ਪੰਜਾਬ ਦੇ ਹਜੇ ਵੀ ਇਵੇਂ ਦੇ ਕਹਿ ਲੋ ਕਿ ਜ਼ਮੀਨਾਂ ਹੈਗੀਆਂ ਜੋ ਹਜੇ ਤੱਕ ਪਰਦਾਦਿਆਂ ਦੇ ਨਾਮ ਹੀ ਬੈਠੀਆਂ ਨੇ ਸਟਿਲ, ਫਿਰ ਉਹਦੇ ਜੇ ਫਾਰਮ ਲੈ ਕੇ ਉਹਨਾਂ ਦੀ ਪ੍ਰੋਪਰਲੀ ਜਵਾਬਦੇਹੀ ਜਾਂ ਉਹਦੀ ਸੋਰਸ ਆਫ ਇਨਕਮ ਹੈ, ਤਹਿਸੀਲਦਾਰ ਤੋਂ ਸਰਟੀਫਿਕੇਟ ਬਣਾ ਸਕਦੇ ਆ, ਪ੍ਰੋਪਰਲੀ ਜਸਟੀਫਾਈ ਹੋ ਜਾਂਦਾ ਹੈ। ਪਰ ਬਟ ਉੱਥੇ ਕੰਮ ਕਰਦਾ ਤੁਹਾਡੇ ਏਜੰਟ ਦੇ ਸਕਿੱਲਸ, ਕਿ ਤੁਹਾਡਾ ਏਜੰਟ ਕਿਸ ਅਕੋਰਡਿੰਗ ਤੁਹਾਡੇ ਪੇਪਰ ਵਰਕ ਨੂੰ ਹਾਈ ਕਮਿਸ਼ਨ ਤੱਕ ਪਹੁੰਚਾ ਰਿਹਾ। ਜੀ ਬਿਲਕੁਲ। ਇੱਥੇ ਨਾ ਇਸ ਤਰ੍ਹਾਂ ਦੀ ਪ੍ਰੋਫਾਈਲਸ ਨਾਲ ਮੈਨੂੰ ਇੱਕ ਹੋਰ ਸਵਾਲ ਮਾਈਂਡ ਵਿੱਚ ਆ ਰਿਹਾ ਕਿ ਜੇਕਰ ਜਿਵੇਂ ਸਟੂਡੈਂਟ ਨੇ +2 ਕੀਤੀ, ਉਸ ਤੋਂ ਬਾਅਦ ਅਗਰ ਉਹ ਫਾਰਮਿੰਗ ਦੇ ਵਿੱਚ ਸੀ, ਤਾਂ ਹੁਣ ਅੱਗੋਂ ਉਸਨੇ ਕੋਰਸ ਸਿਲੈਕਸ਼ਨ ਕਰਨੀ ਹੈ, ਤੇ ਇੱਕ ਮੇਜਰ ਪਾਰਟ ਹੈ ਕਿ ਉਹ ਕਿਸ ਤਰ੍ਹਾਂ ਦਾ ਕੋਰਸ ਸਿਲੈਕਟ ਕਰ ਰਿਹਾ, ਤਾਂ ਇੱਥੇ ਉਸਨੂੰ ਕੀ ਉਸਦਾ ਹੁਣ ਜੋ ਕੀਤਾ ਹੈ, ਖੇਤੀਬਾੜੀ ਕੀਤਾ, ਉਸਨੂੰ ਵੇਖਦੇ ਹੋਏ ਕੋਰਸ ਸਿਲੈਕਸ਼ਨ ਕਰਨੀ ਚਾਹੀਦੀ ਕਿਸ ਤਰੀਕੇ ਨਾਲ? ਹਮੇਸ਼ਾ ਮੈਂ ਇੱਕ ਚੀਜ਼ ਮੈਂ ਹਰ ਵਾਰੀ ਸ਼ੋਅ ਵਿੱਚ ਰਿਪੀਟਲੀ ਕਹੀ ਹੈ ਕਿ ਹਰ ਇੱਕ ਬੰਦੇ ਦੀ ਪ੍ਰੋਫਾਈਲ ਦੇ ਵਿੱਚ 2 ਤਰ੍ਹਾਂ ਦੇ ਗੈਪ ਹੁੰਦੇ ਆ, ਇੱਕ ਹੁੰਦਾ ਸਟੱਡੀ ਗੈਪ, ਇੱਕ ਹੁੰਦਾ ਵਰਕ ਗੈਪ। ਹੁਣ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਪ੍ਰੋਫਾਈਲ ਦੇ ਵਿੱਚ 3 ਸਾਲ ਦਾ ਸਟੱਡੀ ਗੈਪ ਹੈ, ਹੁਣ ਜੋ ਵੀ ਅਸੀਂ ਇਹਨਾਂ ਦਾ ਫਰਦਰ ਪ੍ਰੋਗਰਾਮ ਚੂਜ਼ ਕਰਾਂਗੇ ਅਕੋਰਡਿੰਗ ਟੂ देयर ਜੌਬ ਡਿਊਟੀਜ਼, ਜੋ ਇਹਨਾਂ ਦੀ ਫਲੈਸ਼ਬੈਕ ਦੀ ਜੌਬ ਡਿਊਟੀਜ਼ ਰਹੀਆਂ, ਆਈਦਰ ਉਹ ਐਗਰੀਕਲਚਰਿਸਟ ਸੀ, ਸ਼ੌਪਕੀਪਰ ਸੀ, ਇੱਕ ਮੈਨੇਜਰ ਸੀ, ਉਸ ਲੈਵਲ ਦਾ ਕੋਰਸ ਅਸੀਂ ਚੂਜ਼ ਕਰ ਸਕਦੇ ਹਾਂ। ਜੀ 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 ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਸੁਮਨ ਗੱਲ ਕਰ ਰਹੀ ਹਾਂ ਮੈਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਂ ਐਕਚੁਅਲੀ ਨਾ ਸਰ ਤੋਂ ਪੁੱਛਣਾ ਸੀ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਦੇ ਲਈ। ਠੀਕ ਹੈ, ਆਪਣੀ ਪ੍ਰੋਫਾਈਲ ਦੱਸ ਦਿਓ। ਮੈਂ ਬੀਟੈਕ ਕਰੀ ਹੈ। ਕਿਹੜੇ ਈਅਰ ਵਿੱਚ? ਮੈਂ 21 ਪਾਸ ਆਊਟ ਹਾਂ, 2021। ਓਕੇ ਜੀ। ਹਾਂਜੀ, ਆਇਲਸ ਕਲੀਅਰ ਹੈ? ਹੁਣ ਮੇਰੇ ਓਵਰਆਲ 6.5 ਹੈਗੇ ਆ, ਬਟ ਇੱਕ ਮੋਡਿਊਲ ਦੇ ਵਿੱਚੋਂ ਮੇਰੇ 5.5 ਬੈਂਡ ਆ। ਠੀਕ ਹੈ ਜੀ। ਆਸਟ੍ਰੇਲੀਆ ਲਈ ਦੇ ਵਿੱਚ ਪੋਸੀਬਲ ਹੈਗਾ ਕਿ ਜਿਵੇਂ ਹੁਣ ਮੈਨੂੰ ਮਾਸਟਰ ਦੇ ਲਈ ਐਡਮਿਸ਼ਨ ਚਾਹੀਦੀ ਆ, ਹੋ ਜੂ? ਹਾਂ ਬਿਲਕੁਲ ਸੁਮਨ, ਤੁਸੀਂ ਇਸ ਪ੍ਰੋਫਾਈਲ ਦੇ ਨਾਲ ਮਾਸਟਰ ਡਿਗਰੀ ਪ੍ਰੋਗਰਾਮ ਨੂੰ ਅਪਰੋਚ ਕਰ ਸਕਦੇ ਹੋ। ਇਟ ਸ਼ੁੱਡ ਵਿਲ ਵੀ 1 ਸਾਲ ਦਾ ਵੀ ਹੋ ਸਕਦਾ, 2 ਸਾਲ ਦਾ ਵੀ ਹੋ ਸਕਦਾ ਹੈ। ਹੁਣ ਬੜੇ ਬੱਚਿਆਂ ਦੇ ਦਿਮਾਗ ਤੇ ਪੁਆਇੰਟ ਹੁੰਦਾ ਹੈ ਕਿ ਜਿਵੇਂ ਜਿਵੇਂ ਆਪ ਸਟੇਟ ਸਟੱਡੀ ਜਾਂਦੀ ਹੈ ਤੇ ਸਾਡੀ ਜਿਹੜੀ ਇੰਗਲਿਸ਼ ਐਫੀਸ਼ੀਐਂਸੀ ਦੀ ਰਿਕੁਆਇਰਮੈਂਟ ਵੀ ਅਪਗ੍ਰੇਡ ਹੁੰਦੀ ਹੈ ਬਾਈ ਡਿਫਾਲਟ ਹੈ। ਲੇਕਿਨ ਜੋ ਲੌਜੀਕਲੀ ਗੱਲ ਹੈਗੀ ਆ, ਆਸਟ੍ਰੇਲੀਆ ਵਿੱਚ ਤੁਸੀਂ 6.5 ਚੋਂ 5.5 ਦੇ ਵਿੱਚ ਆਫਟਰ ਗ੍ਰੈਜੂਏਸ਼ਨ, ਜ਼ਰੂਰੀ ਨਹੀਂ ਕਿ ਤੁਸੀਂ ਟੈਕਨੀਕਲ ਲਾਈਨ ਦੇ ਹੋ ਤੇ ਦੈਨ ਤੁਹਾਨੂੰ ਐਡਮਿਸ਼ਨ ਮਿਲੂਗੀ। ਹਰ ਇੱਕ ਲਾਈਨ ਦੇ ਵਿੱਚ ਅੱਛੀ ਲੈਵਲ 1 ਦੀ ਯੂਨੀਵਰਸਿਟੀ ਤੁਹਾਨੂੰ ਵੈਲਕਮ ਕਰਦੀ ਹੈ, ਅੱਛੇ ਕਾਲਜਿਸ ਤੁਹਾਨੂੰ ਵੈਲਕਮ ਕਰਦੇ ਆ। ਹਾਂ ਡੈਫੀਨਿਟਲੀ ਇਹਦੇ ਵਿੱਚ ਤੁਸੀਂ ਜੀਟੀ ਪ੍ਰੋਸੈਸ ਕੰਪਲੀਟ ਕਰਕੇ ਆਪਣਾ ਵੀਜ਼ਾ ਲੈ ਸਕਦੇ ਹੋ। ਜੀ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? मैम अमित बात कर रहा हूँ जी। हाँ जी, की सवाल है? मैम मैं +2 रिसेंटली पास आउट करी है तो मेरे ओवरऑल 6 ने एक मॉड्यूल च नॉट लेस देन 5 है स्पीकिंग च। ओके ठीक है, किथे अप्लाई करना तुसी? मैं ऑस्ट्रेलिया अप्लाई करना चाहना जी। ਬਿਲਕੁਲ ਅਮਿਤ ਜੀ, ਤੁਸੀਂ ਇਸ ਪ੍ਰੋਫਾਈਲ ਦੇ ਨਾਲ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਕੰਸਰਨ ਕੀ ਹੈ, ਜਿਵੇਂ ਬੱਚੇ ਦੇ ਓਵਰਆਲ 6 1 ਚੋਂ 5 ਹੈਗੇ ਆ, ਤੇ ਇੱਥੇ ਇੱਕ ਨਾ ਪੰਜਾਬੀਆਂ ਦੀ ਕਹਾਵਤ ਟੁੱਕਦੀ ਹੈ ਕਿ ਜਿੰਨੀ ਚੱਦਰਾਂ ਉਹਨੇ ਪੈਰ ਫਸਾਰੀ ਹੈ। ਹੁਣ ਜਿਵੇਂ ਬੱਚੇ ਡਰਦੇ ਹੈਗੇ ਆ 5.5 ਰਹਿ ਗਿਆ, 5 ਰਹਿ ਗਿਆ, 6 ਰਹਿ ਗਿਆ, 2 ਚੋਂ 5.5 ਰਹਿ ਗਿਆ, ਤੇ ਕਿਉਂ ਨਾ ਅਸੀਂ ਕੋਰਸਿਓ ਚੂਜ਼ ਕਰੀਏ ਜਿਹਦੀ ਰਿਕੁਆਇਰਮੈਂਟ ਹੀ ਓਵਰਆਲ 6 1 ਚੋਂ 5 ਦੀ ਹੋਏ। ਸੋ ਇਸ ਪ੍ਰੋਫਾਈਲ ਦੇ ਨਾਲ ਅਮਿਤ ਜੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੋਬਾਰਟ ਸਾਈਡ, ਗੋਲਡ ਕੋਸਟ ਸਾਈਡ, ਬ੍ਰਿਸਬੇਨ ਸਾਈਡ, ਤਸਮਾਨੀਆ ਸਾਈਡ ਅੱਛੇ ਆਪਸ਼ਨਸ ਹੈਗੇ
ਹੈਗੇ ਆ ਜਿਹਦੇ ਵਿੱਚ ਤੁਹਾਨੂੰ ਲੈਵਲ 1 ਦੇ ਕਾਲਜਸ ਮਿਲ ਜਾਣਗੇ ਔਰ ਜਿਹਦੇ ਨਾਲ ਤੁਸੀਂ ਆਪਣੇ ਵੀਜ਼ਾ ਦੀ ਸਕਸੈਸ ਰੇਟ ਨੂੰ ਵੀ ਓਵਰਕਮ ਕਰ ਸਕਦੇ ਹੋ। ਜੀ ਜੀ ਜੀ, ਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਇਸ ਸ਼ੋਅ ਵਿੱਚ ਜਿਹੜੀਆਂ ਵੀ ਆਪਾਂ ਗੱਲਾਂ ਕੀਤੀਆਂ ਔਰ ਖਾਸ ਤੌਰ ਤੇ ਅਸੀਂ ਸਟੂਡੈਂਟਸ ਦੀ ਕਾਲਸ ਇਸ ਲਈ ਲੈਂਦੇ ਹਾਂ ਤਾਂ ਕਿ ਜਿਹੜੀਆਂ ਪ੍ਰੋਫਾਈਲਸ ਆਪਾਂ ਡਿਸਕਸ ਕਰਦੇ ਹਾਂ ਉਸ ਦੇ ਨਾਲ ਹੋਰ ਸਟੂਡੈਂਟਸ ਵੀ ਜਿਹੜੇ ਸ਼ੋਅ ਵੇਖ ਰਹੇ ਰਿਲੇਟ ਕਰ ਸਕਣ, ਉਹ ਵੀ ਸਮਝ ਸਕਣ ਕਿ ਕਿਸ ਤਰੀਕੇ ਦੀ ਪ੍ਰੋਫਾਈਲ ਲਈ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਹੋਣਾ ਚਾਹੀਦਾ। ਤੇ ਆਪਸ਼ਨਸ ਦੀ ਗੱਲ ਕਰੀਏ ਤਾਂ ਢੇਰ ਸਾਰੀਆਂ ਆਪਸ਼ਨਸ ਨੇ ਜੀ, ਚਾਹੇ ਕਿ ਤੁਸੀਂ ਰੀਸੈਂਟ ਪਾਸ ਆਊਟ ਹੋ, ਚਾਹੇ ਕਿ ਤੁਹਾਡੀ ਸਟੱਡੀ ਵਿੱਚ ਗੈਪ ਆ ਚੁੱਕਿਆ ਹੈ, ਤਾਂ ਤੁਸੀਂ ਇੱਕ ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਆਪਣਾ ਫਿਊਚਰ ਵਿਦੇਸ਼ ਜਾ ਕੇ ਆਪਣੇ ਭਵਿੱਖ ਨੂੰ ਸੁਨਹਿਰਾ ਜ਼ਰੂਰ ਬਣਾ ਸਕਦੇ ਹੋ। ਤੇ ਹਾਲਾਂਕਿ ਸਾਡੇ ਕੋਲ ਟਾਈਮ ਜ਼ਿਆਦਾ ਨਹੀਂ ਬੱਚੇ, ਇੱਕ ਛੋਟਾ ਜਿਹਾ ਸੁਨੇਹਾ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗੀ ਉਹਨਾਂ ਸਾਰੇ ਸਟੂਡੈਂਟਸ ਲਈ, ਚਾਹੇ ਹੁਣੇ ਹੀ ਰੀਸੈਂਟਲੀ ਪਾਸ ਆਊਟ ਹੋਏ ਨੇ ਤੇ ਚਾਹੇ ਰਿਫਿਊਜ਼ਲ ਆ ਚੁੱਕਿਆ ਹੈ, ਕਿਸ ਤਰੀਕੇ ਨਾਲ ਉਹਨਾਂ ਨੂੰ ਸਹੀ ਡਿਸੀਜਨ ਲੈਣਾ ਚਾਹੀਦਾ ਹੈ? ਜੀ ਬਿਲਕੁਲ, ਮੇਰਾ ਉਹ ਸਾਰੇ ਬੱਚਿਆਂ ਨੂੰ ਮੈਸੇਜ ਹੈਗਾ ਕਿ ਜੋ ਕੈਨੇਡਾ ਨੂੰ ਲੈ ਕੇ ਵਰੀਡ ਹੈ ਮੇਨ ਇਨਟੇਕ ਨੂੰ ਵੀ ਉਹ ਸਾਡੇ ਨਾਲ ਕੰਸਲਟ ਕਰਨ, ਔਰ ਜੋ ਸਪੈਸ਼ਲੀ ਬੱਚੇ ਰਿਫਿਊਜ਼ਡ ਹੈਗੇ ਆ, ਜੋ ਰਿਫਿਊਜ਼ਲ ਤੋਂ ਬਾਅਦ ਬੱਚਿਆਂ ਦੀ ਆਹ ਟੁੱਟ ਜਾਂਦੀ ਹੈ, ਘਰ ਦੇ ਇੰਪੇਸ਼ੈਂਸ ਹੋ ਜਾਂਦੇ ਆ, ਸੋ ਉਹ ਜਿੰਨੇ ਵੀ ਬੱਚੇ ਹੈਗੇ ਆ ਆਪਣੇ ਰਿਫਿਊਜ਼ਲ ਲੈਟਰ ਨੂੰ ਲੈ ਕੇ ਆਪਣੇ ਪੇਪਰ ਵਰਕ ਨੂੰ ਲੈ ਕੇ ਸਾਡੇ ਨਾਲ ਕੋਆਰਡੀਨੇਟ ਕਰਨ, ਬਿਕੋਜ਼ ਇਹ ਨਹੀਂ ਹੈਗੀ ਰਿਫਿਊਜ਼ਲ ਆ ਗਈ ਤਾਂ ਤੁਹਾਡੀ ਆਹ ਖਤਮ ਹੋ ਗਈ। ਰਿਫਿਊਜ਼ਲ ਦੇ ਨਾਲ ਵੀ ਅਸੀਂ ਉਸ ਪ੍ਰੋਪਰ ਕੇਸ ਨੂੰ ਫਾਈਟ ਕਰਕੇ ਤੁਹਾਡਾ ਵੀਜ਼ਾ ਗੈਟ ਕਰ ਸਕਦੇ ਹਾਂ, ਜਿਹਦੀ ਆਪਾਂ ਪ੍ਰੋਪਰਲੀ ਰਿਪਰੈਜ਼ੈਂਟੇਸ਼ਨ ਦੇ ਸਕਦੇ ਹਾਂ। ਜੀ ਜੀ ਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਤੇ ਹੁਣ ਇਸ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੇ ਵੀ ਦਿਓ ਇਜਾਜ਼ਤ। ਧੰਨਵਾਦ।